ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਲੜਾਈ ਹੋਵੇ ਤੇ ਸਰਗਰਮੀ ਵੱਧ ਜਾਂਦੀ ਹੈ, ਸਾਡੀ ਵੀ ਦਿਲਚਸਪੀ ਵੱਧ ਜਾਂਦੀ ਹੈ। ਅਰਵਿੰਦ ਕੇਜਰੀਵਾਲ ਤੇ ਯੋਗੇਂਦਰ ਯਾਦਵ ਵਾਲੀ ਲੜਾਈ ਵਿੱਚ ਹੁਣ ਅਗਲਾ ਐਪੀਸੋਡ ਕੀ ਹੋਵੇਗਾ? ਮੀਟਿੰਗ ਕਰਕੇ ਸੋਚਣਗੇ। 14 ਅਪ੍ਰੈਲ ਨੂੰ ਗੁੜਗਾਉਂ ਵਿੱਚ ਸਵਰਾਜ ਸੰਵਾਦ ਰੱਖਿਆ ਯੋਗੇਂਦਰ ਯਾਦਵ ਹੋਰਾਂ ਨੇ। ਖਬਰਦਾਰ ਕੋਈ ਮੀਟਿੰਗ ਵਿੱਚ ਗਿਆ, ਪਾਰਟੀ ਚੋਂ ਕੱਢ ਦਿਆਂਗੇ ਵਾਲੀ ਧਮਕੀ ਕੇਜਰੀਵਾਲ ਕੈਂਪ ਵਿੱਚੋਂ ਆ ਗਈ ਹੈ। ਮੇਰੇ ਨਾਲ ਅੱਜ ਦਲੀਲਦਾਰ ਨੇ ਖੁਦ ਯੋਗੇਂਦਰ ਯਾਦਵ। ਜ਼ਿੰਦਗੀ ਦੇ 3 ਦਹਾਕੇ ਲੋਕ ਕੋਲਾਂ ਵਿੱਚ ਮੋਹਰੀ ਸਫਾਂ ਵਿੱਚ ਲੜਨ ਵਾਲੇ ਪ੍ਰੋਗਰੈਸਿਵ ਲਿਬਰਲ ਸਿਆਸਤ ਦੇ ਮੁਦਈ, ਚੋਣਾਂ ਤੇ ਸਿਆਸਤ ਦੇ ਵਿਸ਼ੇ ਵਿੱਚ ਮੰਨੇ ਪਰਮੰਨੇ ਵਿਸ਼ਲੇਸ਼ਕ ਯੋਗੇਂਦਰ ਯਾਦਵ ਤੋਂ ਅੱਜ ਤੁਹਾਡੀ ਆਸ ਦੇ ਉਲਟ ਮੇਰਾ ਇਹ ਪੁੱਛਣ ਦਾ ਕਤਈ ਇਰਾਦਾ ਨਹੀਂ ਕਿ ਆਮ ਆਦਮੀ ਪਾਰਟੀ ਵਿੱਚ ਅੱਗੇ ਕੀ ਹੋਵੇਗਾ, ਕੀ ਉਹ ਆਪਣੀ ਨਵੀਂ ਪਾਰਟੀ ਬਣਾਉਣਗੇ ਜਾਂ ਨਹੀਂ, 14 ਤਰੀਕ ਨੂੰ ਕੀ ਹੋਣ ਜਾ ਰਿਹਾ, ਕਿਉਂ ਜੋ ਅੱਜ ਕੁਝ ਸਵਾਲ ਇਸ ਤੋਂ ਵੀ ਮਹੱਤਵਪੂਰਨ ਹਨ। ਯੋਗੇਂਦਰ ਯਾਦਵ ਦਾ ਪੋਲੀਟੀਕਲ ਸਾਇੰਟਿਸਟ ਨਵੀਂ ਰਾਜਨੀਤੀ ਨੂੰ ਕਿਵੇਂ ਦੇਖਦੇ ਨੇ? ਕੀ ਹੋਇਆ, ਕੀ ਹੋਵੇਗਾ ਨਹੀਂ, ਪਰ ਕਿਉਂ ਹੁੰਦਾ ਅਜਿਹਾ? ਕਿਵੇਂ ਬਚਿਆ ਜਾਵੇ ਉਹਨਾਂ ਲੜਾਈਆਂ ਤੋਂ ਜਿਸ ਵਿੱਚ ਵੋਲੰਟੀਅਰ ਫੁੱਟਬਾਲ ਬਣ ਜਾਂਦੇ ਨੇ? ਤੇ ਕਿਹੜੀ ਆ ਉਹ ਸਿਆਸਤ ਜਿਸ ਦਾ ਦਮ ਯੋਗੇਂਦਰ ਯਾਦਵ ਭਰਦੇ ਨੇ? ਅੱਜ ਆਪਣਾ ਪਰਸਪੈਕਟਿਵ ਸਾਡੇ ਨਾਲ ਲੈ ਕੇ ਹਾਜ਼ਰ ਨੇ। ਸਾਡੇ ਨਾਲ ਜੁੜ ਰਹੇ ਨੇ ਦਵਿੰਦਰ ਸ਼ਰਮਾ ਜੀ, ਉੱਗੇ ਫੂਡ ਪਾਲਿਸੀ ਐਗਰੀਕਲਚਰ ਪਾਲਿਸੀ ਐਨਾਲਿਸਟ, ਜਿਹੜੇ ਵੱਖ-ਵੱਖ ਮੰਚਾਂ ਤੋਂ ਅਕਸਰ ਹੀ ਉਸ ਵੈਕਲਪਿਕ ਰਾਜਨੀਤੀ ਦੀ ਗੱਲ ਕਰਦੇ ਨੇ, ਇਕਨੋਮਿਕਸ ਦੇ ਪ੍ਰਤੀ ਉਸ ਅਪਰੋਚ ਦੀ ਗੱਲ, ਕਿਸਾਨ ਦੇ ਪ੍ਰਤੀ ਉਸ ਅਪਰੋਚ ਦੀ ਗੱਲ ਕਰਦੇ ਨੇ ਜਿਹਦਾ ਦਾਵਾ ਸਿਆਸਤ ਤੋਂ ਵੱਖ ਹੋ ਕੇ ਨਵੀਂ ਕਿਸਮ ਦੀ ਸਿਆਸਤ ਕਰਨ ਵਾਲੀਆਂ ਆਮ ਆਦਮੀ ਪਾਰਟੀ ਤੇ ਅਜਿਹੀਆਂ ਹੋਰ ਧਾਰਾਵਾਂ ਕਰਦੀਆਂ ਰਹਿੰਦੀਆਂ ਨੇ। ਆਪਣਾ ਪਰਸਪੈਕਟਿਵ ਲੈ ਕੇ ਆਉਣਗੇ ਕਿ ਸਾਡੀ ਅੱਜ ਦੀ ਨਵੀਂ ਰਾਜਨੀਤੀ ਕਿਹੋ ਜਿਹੀ ਹੋਵੇ ਕਿ ਇਹਨਾਂ ਦੀ ਗੱਲ ਮੇਨ ਸਟ੍ਰੀਮ ਹੋਵੇ, ਕੇਵਲ ਵਿਕਲਪਿਕ ਨਾ ਰਹਿ ਜਾਵੇ। ਸਾਡੇ ਨਾਲ ਜੁੜ ਰਹੇ ਨੇ ਕਦੀ ਆਮ ਆਦਮੀ ਪਾਰਟੀ ਦੇ ਨਾਲ ਸਫਾਂ ਵਿੱਚ ਰਹਿ ਕੇ ਲੜਨ ਵਾਲੇ ਤੇ ਕਦੀ-ਕਦੀ ਇਹਦੇ ਅੰਦਰ ਬੈਠ ਕੇ ਬਾਰ-ਬਾਰ ਇਤਰਾਜ਼ ਜਤਾਉਣ ਵਾਲੇ ਸ਼ਾਲਿਨੀ ਜੀ। ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਵੋਲੰਟੀਅਰ ਦੀ ਗੱਲ ਸੁਣੀ ਜਾਂਦੀ ਹੈ ਜਾਂ ਅਣਗੌਲੀ ਰਹਿ ਜਾਂਦੀ ਹੈ, ਇਹ ਪਰਸਪੈਕਟਿਵ ਲੈ ਕੇ ਆਉਣਗੇ। ਰਾਜੀਵ ਗੋਦਾਰਾ ਜੀ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਤੋਂ ਹਰਿਆਣੇ ਵਿੱਚ ਬੜੇ ਸਰਗਰਮ ਕਾਰਕੁਨ, ਇਹਦੀ ਨੈਸ਼ਨਲ ਐਗਜ਼ੈਕਟਿਵ ਦੇ ਮੈਂਬਰ, ਅਜੇ ਕੱਢੇ ਨਹੀਂ ਗਏ, ਕੱਢੇ ਜਾਣਗੇ ਤਾਂ ਕੋਈ ਹੈਰਾਨੀ ਵੀ ਨਹੀਂ ਹੋਵੇਗੀ। ਉਸ ਤਰ੍ਹਾਂ ਨਾਲ ਬਿਲੋਂਗ ਕਰਦੇ ਨੇ ਜਿਹੜਾ ਅੱਜ ਮੇਨ ਸਟ੍ਰੀਮ ਆਮ ਆਦਮੀ ਪਾਰਟੀ ਤੋਂ ਬਾਹਰ ਉਹਦੇ ਮਾਰਜਨਸ ਤੇ ਵਿਚਰ ਰਿਹਾ। ਯੋਗੇਂਦਰ ਯਾਦਵ ਜੀ, ਤੁਸੀਂ ਅਕਸਰ ਸਾਨੂੰ ਸਮਝਾਉਂਦੇ ਰਹਿੰਦੇ ਸੀ ਕਿ ਰਾਜਨੀਤਿਕ ਵਿਕਲਪ ਨਹੀਂ, ਵੈਕਲਪਿਕ ਰਾਜਨੀਤੀ ਹੋਣੀ ਚਾਹੀਦੀ ਹੈ, ਬਦਲਾਵ ਦੀ ਰਾਜਨੀਤੀ, ਕੇਵਲ ਰਾਜਨੀਤਿਕ ਬਦਲ ਨਹੀਂ। ਹੋਇਆ ਇਹ ਕਿ ਆਲਟਰਨੇਟਿਵ ਪੋਲਿਟਿਕਸ ਦੀ ਜਗ੍ਹਾ ਦੇ ਉੱਤੇ ਕੇਵਲ ਐਂਟਾਈ ਪੋਲਿਟਿਕਸ ਉਸ ਵੇਲੇ ਵੀ ਕੀਤੀ ਗਈ, ਐਂਟਾਈ ਕਾਂਗਰਸ, ਐਂਟਾਈ ਬੀਜੇਪੀ ਹੋ ਗਈ ਜਦੋਂ ਦੁਬਾਰਾ ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋ ਗਈਆਂ, ਹੁਣ ਐਂਟਾਈ ਐਵਰੀਬਾਡੀ ਹੋ ਗਈ। ਹੁਣ ਤੁਸੀਂ ਜਿਸ ਕਿਸਮ ਦੀ ਪੋਲਿਟਿਕਸ ਕਰ ਰਹੇ ਹੋ, ਅਰਵਿੰਦ ਕੇਜਰੀਵਾਲ ਨੇ ਫਿਰ ਸਟੈਂਡ ਲੈ ਲਿਆ, ਉਹਨਾਂ ਨੇ ਕਿਹਾ ਇਹ ਠੀਕ ਹੈ, ਮੈਂ ਐਂਟਾਈ ਯੋਗੇਂਦਰ ਯਾਦਵ ਤੇ ਐਂਟਾਈ ਪ੍ਰਸ਼ਾਦ ਭੂਸ਼ਣ ਵਾਲੀ ਪੋਲਿਟਿਕਸ ਕਰ ਲੈਣਾ, ਤੁਸੀਂ ਐਂਟਾਈ ਅਰਵਿੰਦ ਕੇਜਰੀਵਾਲ ਵਾਲੀ ਪੋਲਿਟਿਕਸ ਕਰ ਰਹੀ। ਸਵਾਲ ਆਈਡੀਓਲੋਜੀਕਲ ਫਰੇਮਵਰਕਸ ਦਾ। ਇਹ ਗੱਲ ਤੁਸੀਂ ਬਾਰ-ਬਾਰ ਕਹੀ ਕਿ ਅਸੀਂ ਲੈਫਟ ਜਾਂ ਰਾਈਟ ਵਾਲੀ ਪਿਜਨ ਹੋਲਡ ਪੋਲਿਟਿਕਸ ਤੋਂ ਬਾਹਰ ਨਿਕਲ ਕੇ ਨਵੀਂ ਕਿਸਮ ਦੀ ਰਾਜਨੀਤੀ ਕਰਨਾ ਚਾਹੁੰਦੇ ਸੀ। ਕੀ ਅਜਿਹਾ ਹੋਵੇ ਇਸ ਦੇਸ਼ ਦੇ ਵਿੱਚ? ਕਿਉਂਕਿ ਕੇਵਲ ਆਮ ਆਦਮੀ ਪਾਰਟੀ ਦਾ ਸਵਾਲ ਨਹੀਂ, ਇਹ ਇੱਕ ਪਾਰਟੀ ਹੈ, ਹੋਰ ਇਹੋ ਜਿਹੀਆਂ ਕਈ ਪਾਰਟੀਆਂ ਦੇਸ਼ ਦੇ ਕਈ ਹਿੱਸਿਆਂ ਵਿੱਚ ਉੱਠ ਸਕਦੀਆਂ। ਇਹ ਦਿੱਲੀ ਸੈਂਟਰਿਕ ਪਾਰਟੀ ਸੀ। ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਹੈ, ਲੋਕ ਬਦਲ ਚਾਹੁੰਦੇ ਨੇ, ਔਰ ਉਹ ਕੇਵਲ ਬਦਲ ਆਮ ਆਦਮੀ ਪਾਰਟੀ ਵਿੱਚੋਂ ਨਹੀਂ ਲੱਭ ਰਹੇ। What will constitute the alternative? And you can respond without a single reference to Aam Aadmi Party. I'll be more than happy. ਪਹਿਲਾਂ ਤਾਂ ਤੁਹਾਨੂੰ ਧੰਨਵਾਦ ਦੇ ਦੇਵਾਂ ਕਿ ਤੁਸੀਂ ਇਹ ਦਲੀਲ 'ਚ ਸਿਰਫ ਉਹ ਮੁੱਦੇ ਨਹੀਂ ਚੱਕੇ ਜੇ ਕੱਲ ਸਵੇਰੇ ਦੇ ਮੁੱਦੇ ਨੇ, ਅਗਲੇ ਹਫਤੇ ਦੇ ਮੁੱਦੇ ਨੇ, ਥੋੜੀ ਲੰਬੀ ਸੋਚ ਕਰ ਸਕਦੇ ਹਾਂ। 14 ਤਰੀਕ ਤੱਕ ਉਹਨਾਂ ਮੁੱਦਿਆਂ ਨਾਲ ਤੁਸੀਂ ਆਲਰੇਡੀ ਗ੍ਰਸਤ ਰਹਿਣਾ ਹੈ। ਟੈਲੀਵਿਜ਼ਨ 'ਚ ਬਹੁਤ ਕਮ ਮੌਕਾ ਮਿਲਦਾ ਇਸ ਤਰ੍ਹਾਂ ਦੀ ਗੱਲਾਂ ਕਰਨ ਦਾ, ਜੇ ਜੋ 3-4 ਦਿਨਾਂ ਤੋਂ ਅੱਗੇ ਜਾ ਸਕਣ। ਤਾਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ। ਇੱਕ ਛੋਟੀ ਜਿਹੀ ਸ਼ਿਕਾਇਤ ਕਰਨਾ ਚਾਹੁੰਦਾ। ਸ਼ਿਕਾਇਤ ਇਹ ਹੈ ਕਿ ਤੁਸੀਂ ਵੀ ਇਹਨੂੰ ਪਰਸਨੈਲਿਟੀ ਕਲੈਸ਼ ਦੀ ਤਰ੍ਹਾਂ ਪੇਸ਼ ਕਰ ਰਹੇ ਹੋ, ਜਿਸ ਤਰ੍ਹਾਂ ਮੀਡੀਆ ਕਰਦਾ। ਯੋਗੇਂਦਰ ਕੇਜਰੀਵਾਲ ਸੁਪਰ ਸੈਚੂਰੇਟਡ ਆਲਰੇਡੀ ਲੋਕ ਹੋ ਚੁੱਕੇ ਹਨ। ਇਹ ਤਾਂ ਇਹ ਜਿਹੜੇ ਮੁੱਦੇ ਨੇ ਉਹਨਾਂ ਦਾ ਮੇਰੀ ਪਰਸਨੈਲਿਟੀ ਨਾਲ, ਅਰਵਿੰਦ ਦੀ ਪਰਸਨੈਲਿਟੀ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ। ਅਸੀਂ ਬਾਰ-ਬਾਰ ਕਿਹਾ ਹੈ, ਇਹ ਪਰਸਨੈਲਿਟੀ ਦਾ ਸਵਾਲ ਨਹੀਂ ਹੈਗਾ, ਈਗੋ ਦਾ ਸਵਾਲ ਨਹੀਂ ਹੈਗਾ। ਜੇ ਤੁਸੀਂ ਵੱਡੇ ਮੁੱਦੇ ਚੱਕੇ ਨੇ ਉਹਨਾਂ ਦੇ ਨਾਲ ਮੈਂ ਕੁਝ ਸ਼ੁਰੂਆਤ ਕਰਨਾ ਚਾਹੁੰਦਾ। ਮਾਫੀ ਮੰਗਾ, ਵਿੱਚ ਮੈਂ ਪੰਜਾਬੀ ਪੂਰੀ ਬੋਲ ਨਹੀਂ ਸਕਾਂਗਾ, ਮੇਰੀ ਪੰਜਾਬੀ ਬਹੁਤ, ਹਿੰਦੀ ਵੀ ਬਕਾਇਦਾ ਬੜੀ ਅੱਛੀ ਤਰ੍ਹਾਂ ਨਾਲ ਸਮਝਦੇ ਨੇ। ਮੈਂ ਪੰਜਾਬੀ ਸਮਝ ਲੈਂਦਾ, ਚੰਗੀ ਤਰ੍ਹਾਂ ਸਮਝ ਲੈਂਦਾ, ਬੋਲਣ 'ਚ ਥੋੜਾ ਜਿਹਾ ਝਾਕਾ ਰਹਿੰਦਾ ਹੈ ਤੇ ਥੋੜੀ ਮੇਰੀ ਲਿਮਿਟੇਸ਼ਨ ਹੈਗੀ ਹੈ ਵਿੱਚ। ਤੁਸੀਂ ਜੇ ਵੱਡੇ ਸਵਾਲ ਚੱਕੇ ਨੇ, ਲੈਫਟ ਹਾਂ, ਰਾਈਟ ਹਾਂ, ਬਿਲਕੁਲ ਕਿਸ ਤਰ੍ਹਾਂ ਦੀ ਪੋਲਿਟਿਕਸ ਹੋਏਗੀ, ਕਿਸ ਤਰ੍ਹਾਂ ਦੀ ਆਈਡੀਓਲੋਜੀ ਹੋਏਗੀ, ਮੈਂ ਸਮਝਦਾ ਉਹੀ ਵੱਡੇ ਸਵਾਲ ਸੀ ਜਿਨ੍ਹਾਂ ਨੂੰ ਲੈ ਕੇ ਅਸਾਂ ਰਾਜਨੀਤੀ ਸ਼ੁਰੂ ਕੀਤੀ ਸੀ। ਜਦੋਂ ਅੰਨਾ ਮੂਵਮੈਂਟ ਹੋਈ, ਆਮ ਆਦਮੀ ਪਾਰਟੀ ਬਣਨ ਦੇ ਮੁਕਾਮ ਤੱਕ ਗੱਲ ਪਹੁੰਚੀ,
ਉਸ ਵੇਲੇ ਸਾਰੇ ਲੋਕਾਂ ਨੇ ਸੋਚਿਆ ਇਹ ਮਾਮਲਾ ਸਿਰਫ ਜਨ ਲੋਕਪਾਲ ਦਾ ਹੈਗਾ ਹੈ, ਮਾਮਲਾ ਸਿਰਫ ਐਂਟੀ ਕਰਪਸ਼ਨ ਦਾ ਹੈਗਾ ਹੈ, ਮਾਮਲਾ ਅੰਨਾ ਜੀ ਦੀ ਪਰਸਨੈਲਿਟੀ ਦਾ ਹੈਗਾ। ਉਸ ਵੇਲੇ ਵੀ ਅਸਾਂ ਕੁਝ ਲੋਕਾਂ ਨੇ ਕਿਹਾ ਸੀ ਕਿ ਇਹ ਇਸ ਦੇਸ਼ 'ਚ ਨਈ ਤਰ੍ਹਾਂ ਦੀ ਪੋਲਿਟਿਕਸ ਦੀ ਤਲਾਸ਼ ਹੈ, ਬਦਲੀ ਵੈਕਲਪਿਕ ਰਾਜਨੀਤੀ, ਸਿਰਫ ਰਾਜਨੀਤਿਕ ਬਦਲਾਵ ਨਹੀਂ, ਸਿਰਫ ਇਹ ਨਹੀਂ ਕਿ ਕਾਂਗਰਸ ਆਈ, ਬੀਜੇਪੀ ਚਲੀ ਗਈ, ਅਕਾਲੀ ਆ ਗਏ, ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਸਕਦੀ ਹੈ, ਵੱਖਰੀ ਤਰ੍ਹਾਂ ਦੀ ਰਾਜਨੀਤੀ ਜਿਹਦਾ ਆਈਡੀਓਲੋਜੀਕਲ ਬੇਸ ਵੱਖਰਾ ਹੋਣਾ ਹੈ। ਜਦੋਂ ਅਸਾਂ ਇਹ ਗੱਲ ਕੋਈ ਆਈਡੀਓਲੋਜੀਕਲ ਬੇਸ ਹੋਵੇਗਾ, ਹਾਂ ਲੋਕੀ ਜੇ ਕਹਿੰਦੇ ਨੇ, ਤੁਸੀਂ ਵੀ ਗੱਲਬਾਤ 'ਚ ਕਿਹਾ ਸੀ ਪੋਸਟ ਆਈਡੀਓਲੋਜੀਕਲ ਹੋਗਾ ਹੀ ਨਹੀਂ। ਦੇਖੋ ਮੇਰੀ ਕਿਉਂਕਿ ਲੱਗਿਆ ਇਸ ਤਰ੍ਹਾਂ ਸੀ ਜਿਸ ਤਰੀਕੇ ਨਾਲ ਤੁਸੀਂ ਇਹ ਪਾਰਟੀ ਨੂੰ ਲੈ ਕੇ ਤੁਰੇ ਕਿ ਸ਼ਾਇਦ ਪੋਸਟ ਕਲੋਨੀਅਲ ਸਟੇਟ ਦੇ ਵਿੱਚ ਪੋਸਟ ਆਈਡੀਓਲੋਜੀਕਲ ਆਮ ਆਦਮੀ ਪਾਰਟੀ ਬਣ ਕੇ ਉਭਰੇ, ਕੀ ਹੋਰ ਸ਼ਕਤੀਆਂ ਵੀ ਪੋਸਟ ਆਈਡੀਓਲੋਜੀਕਲ ਬੇਸਿਕਲੀ ਬੀਰੈਫਟ ਆਫ ਆਈਡੀਓਲੋਜੀ ਬਣ ਕੇ ਉਤਰਨਗੀਆਂ। ਮੈਂ ਤਾਂ ਅੱਜ ਅਖਬਾਰਾਂ ਵਿੱਚ ਛਪਿਆ ਕਿ ਤੁਸੀਂ ਕਿਹਾ ਕਿ ਪੋਲਿਟਿਕਸ ਵਿੱਚ ਫਾਸਟ ਫੂਡ ਕਲਚਰ ਆ ਗਿਆ, ਛੇਤੀ ਮੁੱਦਾ ਆਵੇ। ਤੁਸੀਂ ਵੀ ਜਿਸ ਵੇਲੇ ਇਹ ਸਟਾਰਟ ਹੋਈ ਸੀ ਅੰਨਾ ਮੂਵਮੈਂਟ ਦੀ ਤੁਸੀਂ ਗੱਲ ਕੀਤੀ, ਉਸ ਵੇਲੇ ਵੀ ਇੱਕ ਇਕੋਨੋਮੀ ਆਫ ਇਸ਼ੂਜ਼ ਆ ਜਾਂਦਾ, ਇੱਕ ਇਕੋਨੋਮਾਈਜ਼ ਕਰਕੇ ਇਸ਼ੂ ਲਿਆਂਦਾ ਜਾਵੇ, ਸਭ ਤੋਂ ਵੱਡੀ ਡਿਮਾਂਡ ਨੂੰ ਹੀ ਇੰਨਾ ਛੋਟਾ ਜਾਂ ਕੁਝ ਮੰਗ ਲਿਆ ਜਾਵੇ ਜਿਹਨੂੰ ਸਭ ਤੋਂ ਵੱਡੀ ਡਿਮਾਂਡ ਕਰ ਦਿੱਤਾ ਜਾਵੇ। ਜੇ ਜਨ ਲੋਕਪਾਲ ਬਣ ਜਾਵੇਗਾ ਅਸੀਂ ਸਕਸੈਸਫੁਲ ਹੋ ਜਾਵਾਂਗੇ, ਬਣਨ ਦੀ ਦੇਰ ਹੈ, ਤੁਹਾਡੀ ਸਕਸੈਸ ਦਾ ਢੰਡੋਰਾ ਪਿੱਟ ਗਿਆ। ਬੇਸਿਕਲੀ ਬਿਨਾਂ ਆਈਡੀਓਲੋਜੀ ਤੋਂ ਇੱਕ ਪਾਰਟੀ ਦਾ ਨਿਰਮਾਣ ਹੋ ਗਿਆ। ਬਗੈਰ ਆਈਡੀਓਲੋਜੀ ਦੇ ਪੋਲਿਟਿਕਸ ਹੋ ਹੀ ਨਹੀਂ ਸਕਦੀ, ਕਦੇ ਵੀ ਨਹੀਂ ਹੋ ਸਕਦੀ। ਔਰ ਕੀਤੀ ਜਾ ਰਹੀ ਸੀ। ਜੇ ਕੋਈ ਕਹਿੰਦਾ ਹੈ ਕਿ ਆਈਡੀਓਲੋਜੀ ਹੈ ਨਹੀਂ, ਉਹਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਮੇਰੀ ਆਈਡੀਓਲੋਜੀ ਤਾਂ ਹੈ ਪਰ ਮੈਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਜਾਂ ਮੇਰੇ ਪਾਪਾ ਜੀ ਦੀ ਆਈਡੀਓਲੋਜੀ ਸੀ ਉਹੀ ਮੇਰੀ ਆਈਡੀਓਲੋਜੀ ਹੈ, ਮੇਰੀ ਮੰਮਾ ਜੀ ਦੀ ਆਈਡੀਓਲੋਜੀ ਸੀ ਉਹੀ ਮੇਰੀ ਆਈਡੀਓਲੋਜੀ ਹੈ। ਆਈਡੀਓਲੋਜੀ ਬਗੈਰ ਤਾਂ ਪੋਲਿਟਿਕਸ ਹੋ ਹੀ ਨਹੀਂ ਸਕਦੀ। ਮੈਂ ਜਦੋਂ ਕਿਹਾ ਕਿ ਅਸੀਂ ਨਾ ਲੈਫਟ ਹੈਗੇ ਨਾ ਰਾਈਟ ਹੈਗੇ, ਟਾਈਮ ਟੂ ਪਲੀਡ ਗਿਲਟੀ ਕਿ ਤੁਸੀਂ ਆਈਡੀਓਲੋਜੀ ਤੋਂ ਰਹਿਤ ਪੋਲਿਟਿਕਸ ਕੀਤੀ ਵੀ, ਉਹ ਸਕਸੈਸਫੁਲ ਵੀ ਹੋਈ, ਰੈਜ਼ੋਨੇਟ ਵੀ ਕੀਤੀ ਲੋਕਾਂ ਦੇ ਨਾਲ। ਤੁਸੀਂ ਇੱਕ ਅਰਬਨ ਮੈਟਰੋ ਸੈਂਟਰਿਕ ਪੋਲਿਟੀ ਦੇ ਵਿੱਚ ਮਿਡਲ ਕਲਾਸ ਲੋਅਰ ਮਿਡਲ ਕਲਾਸ ਦੇ ਇਸ਼ੂਜ਼ ਨੂੰ ਲੈ ਕੇ, ਪਾਣੀ ਸਸਤਾ ਹੋਣਾ ਚਾਹੀਦਾ ਹੈ, ਬਿਜਲੀ ਸਸਤੀ ਹੋਣੀ ਚਾਹੀਦੀ ਹੈ, ਸਿਵਿਕ ਕਮਿਊਨਿਟੀਜ਼ ਡਿਲੀਵਰ ਹੋਣੀਆਂ ਚਾਹੀਦੀਆਂ ਨੇ, ਲੋਕਾਂ ਨੇ ਰਿਸਪੌਂਡ ਕੀਤਾ। ਇਸ ਤੋਂ ਵਡੇਰਾ ਕੋਈ ਆਈਡੀਓਲੋਜੀਕਲ ਫਰੇਮਵਰਕ ਦੀ ਗੱਲ ਵੀ ਨਹੀਂ ਕੀਤੀ ਗਈ, ਉਹਦੀ ਘਾਟ ਨੂੰ ਵੀ ਰੇਖਾਂਕਿਤ ਨਹੀਂ ਕੀਤਾ ਗਿਆ ਤੇ ਪਾਰਟੀ ਨੇ ਸਕਸੈਸ ਪ੍ਰਾਪਤ ਕੀਤੀ। ਉਸੇ ਸਕਸੈਸ ਦਾ ਬਿਗਲ ਵਜਾ ਕੇ ਜਿਨ੍ਹਾਂ ਨੂੰ ਹੁਣ ਤੁਹਾਡੀ ਆਈਡੀਓਲੋਜੀ ਵਾਲੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਉਹਨਾਂ ਨੇ ਕਿਹਾ ਜੀ ਬਾਹਰ ਜਾਓ, ਬਗੈਰ ਆਈਡੀਓਲੋਜੀ ਕੰਮ ਚੱਲਦਾ। ਮੈਂ ਸਹਿਮਤ ਨਹੀਂ ਹਾਂ ਤੁਹਾਡੀ ਗੱਲ ਨਾਲ। ਪੋਲਿਟਿਕਸ 'ਚ ਇਸ਼ੂ ਹੁੰਦੇ ਨੇ, ਪਾਲਿਸੀ ਹੁੰਦੀ ਨਹੀਂ, ਤੇ ਆਈਡੀਓਲੋਜੀ ਹੁੰਦੀ ਹੈ। ਤੁਸੀਂ ਡੇ ਟੂ ਡੇ ਪੋਲਿਟਿਕਸ ਜਦੋਂ ਕਰਦੇ ਹੋ, ਤੁਸੀਂ ਤੁਹਾਡਾ ਆਈਡੀਓਲੋਜੀਕਲ ਫਰੇਮ ਲੈ ਕੇ ਸੜਕ ਤੇ ਨਹੀਂ ਉਤਰਦੇ। ਤੁਸੀਂ ਗੱਲ ਕਰਦੇ ਹੋ ਇੱਕ ਕੰਕਰੀਟ ਮੁੱਦੇ ਦੀ, ਉਹ ਜਨ ਲੋਕਪਾਲ ਹੋ ਸਕਦਾ ਹੈ, ਉਹ ਬਲੈਕ ਮਨੀ ਹੋ ਸਕਦੀ ਹੈ, ਉਹ ਲੈਂਡ ਐਕੁਇਜ਼ੀਸ਼ਨ ਹੋ ਸਕਦਾ ਹੈ। ਹਰ ਮੁੱਦੇ ਦੇ ਪਿੱਛੇ ਦੀ ਪ੍ਰੈਗਮੈਟਿਕ ਪੋਲਿਟਿਕਸ ਦੀ ਹੀ ਗੱਲ ਹੋ ਰਹੀ ਹੈ, ਸਸਟੇਨੇਬਲ ਆਈਡੀਓਲੋਜੀਕਲ ਫਰੇਮਵਰਕ ਦੀ ਗੱਲ ਨਹੀਂ ਹੋਈ। ਮੈਨੂੰ ਹਾਲੇ ਵੀ ਲੱਗਦਾ ਹੈ ਲੋਕੀ ਆਮ ਆਦਮੀ ਪਾਰਟੀ ਜੇ ਅੰਦੋਲਨ ਰਿਹਾ ਹੈ, ਉਸ ਅੰਦੋਲਨ ਦਾ ਆਈਡੀਓਲੋਜੀਕਲ ਇਵੋਲੂਸ਼ਨ ਕਿਸ ਤਰ੍ਹਾਂ ਹੋਇਆ ਹੈ ਉਹ ਲੋਕੀ ਸਮਝ ਨਹੀਂ ਪਾਉਂਦੇ। ਸਾਨੂੰ ਜਿਸ ਤਰ੍ਹਾਂ ਦੀ ਆਦਤ ਹੈ, ਇਹ ਪਿਛਲੇ 100 ਵਰਿਆਂ ਦੀ ਸਾਡੀ ਆਦਤ ਹੈ ਕਿ ਸ਼ੁਰੂਆਤ ਹੁੰਦੀ ਹੈ ਆਈਡੀਓਲੋਜੀਕਲ ਫਰੇਮ ਲੈ ਕੇ, ਤਾਂ ਉਧਰੋਂ ਤੁਸੀਂ ਹੌਲੇ ਉਤਰਦੇ ਹੋ ਕਿਸੇ ਮੁੱਦੇ ਤੱਕ। ਆਮ ਆਦਮੀ ਅੰਦੋਲਨ ਜੇ ਸੀਗਾ, ਉਹਦੀ ਡਾਇਰੈਕਸ਼ਨ ਇੱਕਦਮ ਵੱਖਰੀ ਸੀ। ਉਹ ਇੱਕ ਮੁੱਦੇ ਨਾਲ, ਇੱਕ ਕੰਕਰੀਟ ਮੁੱਦੇ ਨੂੰ ਲੈ ਕੇ ਸ਼ੁਰੂ ਹੋਇਆ ਤੇ ਉਦੋਂ ਲੈ ਕੇ ਹੌਲੇ ਉੱਪਰ ਜਾ ਰਿਹਾ ਹੈ। ਇੱਕ ਤਰ੍ਹਾਂ ਮੈਂ ਕਹਾਂਗਾ ਕੁਇਕ ਟ੍ਰਾਂਸਲੇਸ਼ਨ ਤਾਂ ਕਿ ਲੋਕਾਂ ਨੂੰ ਛੇਤੀ ਸਮਝ ਆ ਜਾਏ। ਕੁਝ ਅੱਛੇ ਲੋਕ ਇਕੱਠੇ ਹੋ ਗਏ ਜਿਹੜੇ ਇਮਾਨਦਾਰ ਸਨ, ਉਹਨਾਂ ਨੇ ਕਿਹਾ ਆਪਾਂ ਇਕੱਠੇ ਹੋ ਜਾਂਦੇ ਆ, ਭੀੜ ਆਪਣੇ ਨਾਲ ਆ ਜਾਵੇਗੀ, ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੈ। ਆਈਡੀਓਲੋਜੀ ਲੱਭਣ ਲਈ ਸੋਸ਼ਲ ਆਈਡੀਓਲੋਜੀ, ਪੋਲੀਟੀਕਲ ਆਈਡੀਓਲੋਜੀ, ਇੰਟਰਨੈਸ਼ਨਲ ਫਰੇਮਵਰਕ ਵਿੱਚ ਅਸੀਂ ਕਿਵੇਂ ਵਿਚਰਨਾ, ਅਸੀਂ ਜੱਥੇ ਦੇਸ਼ ਭਰ 'ਚ ਭੇਜ ਦਿਆਂਗੇ, ਇਹ ਜਗ੍ਹਾ ਤੋਂ ਫੀਡਬੈਕ ਲੈ ਕੇ ਆ ਜਾਣਗੇ, ਚੌਂਕ ਵਿੱਚ ਮਿਲਣਗੇ, ਉੱਥੇ ਬੈਠ ਕੇ ਅਸੀਂ ਆਈਡੀਓਲੋਜੀ ਬਣਾਵਾਂਗੇ, ਪਹਿਲਾਂ ਪਾਰਟੀ ਬਣਾ ਲਈ ਹੈ। ਇਹ ਤਾਂ ਠੀਕ ਹੈਗਾ, ਸਲਾਈਟਲੀ ਕਰੂਡ ਬਟ ਫੇਅਰਲੀ ਰਿਫਲੈਕਟਿਵ ਆਫ ਵਾਟ ਹੈਪਨ। ਨਹੀਂ, ਅਸੀਂ ਜਿਹੜੇ ਲੋਕ ਆਮ ਆਦਮੀ ਪਾਰਟੀ 'ਚ ਆਏ ਸੀ, ਵੱਖਰੀ ਆਈਡੀਓਲੋਜੀਕਲ ਬੈਕਗਰਾਉਂਡ ਲੈ ਕੇ ਆਏ ਸੀ। ਦੋ ਹੱਲ ਹੋ ਸਕਦੇ ਸੀ। ਇਹ ਇੱਕ ਤਾਂ ਹੱਲ ਹੋ ਸਕਦਾ ਸੀ, ਪਹਿਲੇ ਦਿਨ ਅਸਾਂ ਕਹਿੰਦੇ ਕਿ ਜਨ ਲੋਕਪਾਲ ਛੱਡ ਦਿਓ, ਬਾਕੀ ਸਾਰੀ ਗੱਲਾਂ ਛੱਡ ਦਿਓ, ਪਹਿਲਾਂ ਆਈਡੀਓਲੋਜੀਕਲ ਰੈਜ਼ੋਲੂਸ਼ਨ ਕਰ ਲਈਏ। ਸਾਡੀ ਮਾਨਤਾ ਸੀ ਤੇ ਉਸ ਤਰ੍ਹਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ। ਕਿਸੇ ਕੰਕਰੀਟ ਮੁੱਦੇ ਤੇ ਸਾਡਾ ਐਗਰੀਮੈਂਟ ਹੈਗਾ, ਉਹ ਲੈ ਕੇ ਚੱਲੀਏ। ਆਈਡੀਓਲੋਜੀਕਲ ਮੁੱਦੇ ਨੂੰ ਬਹਿ ਕੇ ਰਿਜ਼ੋਲਵ ਕਰਾਂਗੇ। ਪਹਿਲੇ ਇੱਕ ਵਰੇ 'ਚ ਅਸਾਂ ਬਹੁਤ ਕੋਸ਼ਿਸ਼ ਕੀਤੀ, 31 ਕਮੇਟੀਆਂ ਬਣੀਆਂ, ਆਈਡੀਓਲੋਜੀਕਲ ਮੁੱਦੇ ਤੇ ਕਾਫੀ ਕੁਝ ਕੀਤਾ। ਬਹੁਤ ਸਾਰੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਪਾਰਟੀਆਂ ਤੇ ਕਮੇਟੀਆਂ ਬੜੀਆਂ, ਕਮੇਟੀਆਂ ਆਈਡੀਓਲੋਜੀ ਨਹੀਂ ਬਣ ਪਾਈ, ਕਮੇਟੀਆਂ ਤੇ ਡਰਾਫਟ ਬਣੇ,
ਡਰਾਫਟ ਬਣੇ। ਤੁਸੀਂ ਇੱਕ ਗੱਲ ਸਹੀ ਕਹਿੰਦੇ ਹੋ, ਮੈਂ ਕਬੂਲ ਕਰਦਾ, ਜਿਸ ਤਰ੍ਹਾਂ ਸਾਨੂੰ ਆਈਡੀਓਲੋਜੀਕਲ ਡਿਸਕਸ਼ਨ ਜਿਸ ਸਪੀਡ ਨਾਲ ਕਰਨਾ ਚਾਹੀਦਾ ਸੀ, ਜਿਸ ਸਪੀਡ ਨਾਲ ਇੱਕ ਰੈਜ਼ੋਲੂਸ਼ਨ ਹੋਣਾ ਚਾਹੀਦਾ ਸੀ, ਉਹ ਅਸਾਂ ਨਹੀਂ ਕਰ ਸਕੇ। और मेरी खुद की शिकायत रही, मैं पार्टी से बार बार एक गल कहा कि ठीक है पहले 6 महीना तुसी कर नहीं पाए, कोई गल नहीं, 1 साल हो गए, हम 2 साल हो गए, और वो आइडियोलॉजिकल डॉक्यूमेंट्स बने हुए 1.5 साल डॉक्यूमेंट पड़े हो गया है, ਉਹਨਾਂ ਤੇ ਕੋਈ ਡਿਸਕਸ਼ਨ ਨਹੀਂ ਹੋਇਆ। ਖੂਬਸੂਰਤ ਗੱਲਾਂ, ਤੁਹਾਡੇ ਖੂਬਸੂਰਤ ਕੰਠਸਥ ਸ਼ਬਦਕੋਸ਼ ਵਿੱਚ ਇੰਨੇ ਸ਼ਬਦ ਨੇ ਕਿ ਮੇਰੇ ਦਰਸ਼ਕਾਂ ਨੂੰ ਇਹ ਨਾ ਭੁੱਲ ਜਾਵੇ ਕਿ ਦਰਅਸਲ ਉਸ ਵੇਲੇ ਸਾਰੀ ਆਈਡੀਓਲੋਜੀ ਇਹ ਤੇ ਖੜੀ ਸੀ ਕਿ ਇਹ 2G ਸਕੈਮ ਕਰਨ ਵਾਲੇ ਆ, ਇਹ CWG ਸਕੈਮ ਵਾਲੇ ਨੇ, ਇਹ ਟੈਟਰਾ ਵੋਲਵੋ ਸਕੈਮ ਵਾਲੇ ਨੇ, ਇਹ ਕੌਫਿਨ ਸਕੈਮ ਵਾਲੇ ਨੇ, ਹਰ ਕਿਸਮ ਦੇ ਸਕੈਮ ਵਾਲੇ ਨੇ, ਅਸੀਂ ਜਨ ਲੋਕਪਾਲ ਬਿੱਲ ਵਾਲੇ ਆ। ਇੰਨੀ ਕੋਈ ਆਈਡੀਓਲੋਜੀ ਦੇ ਉੱਤੇ ਪਾਰਟੀ ਖੜੀ ਹੋਈ, ਪਾਰਟੀ ਨੂੰ ਰੈਜ਼ੋਨੇਟ ਕੀਤਾ। ਉਸ ਵੇਲੇ ਆਈਡੀਓਲੋਜੀ ਰਹਿਤ ਪਾਰਟੀ ਦੇ ਉੱਤੇ ਕੋਈ ਆਬਜੈਕਸ਼ਨਸ ਨਹੀਂ ਸੀ, ਔਰ ਇੱਕ ਲੰਬਾ ਸਮਾਂ ਕੋਈ ਆਬਜੈਕਸ਼ਨਸ ਤੁਹਾਡੇ ਤੋਂ ਵੀ ਸੁਣਾਈ ਨਹੀਂ ਦਿੱਤੇ। ਜੇ ਪਾਰਟੀ ਦੇ ਅੰਦਰ ਤੁਸੀਂ ਲੜ ਰਹੇ ਸੀ ਤਾਂ ਉਹ ਗੱਲਾਂ ਹੁਣ ਉੱਭਰ ਕੇ ਬਾਹਰ ਆ ਰਹੀਆਂ ਨੇ। ਮੈਨੂੰ ਬਾਕੀ ਤੁਹਾਡੇ ਪੈਨਲਿਸਟਾਂ ਨੂੰ, ਕੋ ਪੈਨਲਿਸਟ ਨੂੰ ਅਜੇ ਵਿੱਚ ਲਿਆਉਣ ਦਾ ਡਰਾ ਕਰਨ ਦਾ ਟਾਈਮ ਵੀ ਨਹੀਂ ਮਿਲਿਆ। हिंदी में बोलूं ताकि मैं वो कह दूं। देखिए पार्टी की विचारधारा बनने की जो प्रक्रिया थी वो शुरू हो गई थी पार्टी बनने के 2-3 महीने के अंदर। 6 महीने में हमने एक डॉक्यूमेंट भी बना दिया था। उसके बाद से आगे नहीं बढ़ सकते। लेट्स लुक एट इट विद अ थ्रो फॉरवर्ड एंगल कि आगे की होएगा, पिछे दा पोस्टमार्टम तो हुंदा रहेगा, इथे कुछ करांगे, कुछ तुसी 14 नु करोगे। मैं सिर्फ ये कह रहा था कि आप ये भी मानिए कि आइडियोलॉजी ऊपर से नीचे नहीं आती, कई बार कंक्रीट से एब्स्ट्रैक्ट की तरफ भी जाती है। रखांगे और मैं बाकी पैनलिस्टों से ड्रा करना चाहांगा कि वैकल्पिक राजनीति किना ढंग तरीकिਆਂ ਦੇ ਨਾਲ ਦਰਅਸਲ ਉਹ ਸੁਪਨਿਆਂ ਵਾਲੀ ਰਾਜਨੀਤੀ ਆ ਸਕਦੀ ਹੈ ਜਿਹਦਾ ਸੁਪਨਾ ਕਿਤੇ ਇੱਥੇ ਮਰਦਾ ਦਿਖਾਈ ਦਿੰਦਾ ਤੇ ਤੁਸੀਂ ਕਹਿੰਦੇ ਹੋ ਅਸੀਂ ਬਚਾਉਣ ਵਾਲੇ ਪਾਸੇ ਤੁਰੇ ਆ। ਫਿਲਹਾਲ ਤਾਂ ਉਹਨਾਂ ਨੇ ਤੁਹਾਨੂੰ ਬਾਹਰ ਭੇਜ ਦਿੱਤਾ ਹੈ, ਬਾਹਰ ਆ ਕੇ ਤੁਸੀਂ ਕੀ ਕਰੋਗੇ? ਇਹ ਸਵਾਲ 14 ਨੂੰ, ਪਰ ਪੂਰੇ ਦੇਸ਼ ਦੇ ਵਿੱਚ ਵੈਕਲਪਿਕ ਰਾਜਨੀਤੀ ਕਿਵੇਂ ਵਿਕਸਿਤ ਹੋਵੇਗੀ, ਇਹ ਸਵਾਲ ਇਸ ਬ੍ਰੇਕ ਤੋਂ ਬਾਅਦ। ब्रेक तो बाद फिर स्वागत है। योगेंद्र यादव जी, दिल्ली की एक छोटी जी एग्जांपल ले लीए। लोगों ने क्या बिजली सस्ती होनी चाहिए, लो पावर टैरिफ एक मिनिमम डिमांड सी खड़ी की थी। एज अ लॉजिकल एक्सटेंशन ਤੁਹਾਡੇ ਵਰਗੇ ਲੋਕਾਂ ਨੇ ਵੀ ਕਿਹਾ ਕਿ ਠੀਕ ਹੈ ਆਡਿਟ ਕਰਵਾਉਣਾ ਚਾਹੀਦਾ ਉਹਨਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਾ, ਔਰ ਇਹ ਵੀ ਸ਼ੱਕ ਹੈ ਕਿ ਉਹਨਾਂ ਨੇ ਕੁਝ ਸ਼ੇਡੀ ਡੀਲਸ ਕੀਤੀਆਂ ਹੋਈਆਂ ਨੇ ਸੱਤਾ ਦੇ ਵਿੱਚ ਲੋਕਾਂ ਦੇ ਨਾਲ, ਕਾਰਪੋਰੇਟ ਨਿਜ਼ਾਮ ਦੇ ਨਾਲ। ਇੱਥੇ ਆ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਲੌਜੀਕਲ ਪ੍ਰੋਗਰੈਸ਼ਨ ਹੈ ਥਾਟ ਪ੍ਰੋਸੈਸ ਦੀ, ਉਹ ਰੁਕ ਜਾਂਦੀ ਹੈ, ਕਿਉਂਕਿ ਉਹ ਇਹ ਨਹੀਂ ਪੁੱਛਦਾ ਕਿ ਇਹ ਡੀਲਸ ਬਿਗ ਕੰਪਨੀਜ਼ ਦੇ ਵਿਚਕਾਰ ਤੇ ਸਰਕਾਰਾਂ ਦੇ ਵਿਚਕਾਰ ਕਿਉਂ ਹੋ ਜਾਂਦੀਆਂ ਨੇ। ਆਮ ਆਦਮੀ ਪਾਰਟੀ ਦੀ ਹਾਲਤ ਇੰਨੀ, ਆਮ ਆਦਮੀ ਦੀ ਪਾਰਟੀ ਦੀ ਨਹੀਂ, ਆਮ ਆਦਮੀ ਦੀ ਹਾਲਤ ਇੰਨੀ ਖਸਤਾ ਕਿਉਂ ਹੈ ਕਿ ਉਹ ਬਿਜਲੀ ਦਾ ਬਿੱਲ ਦੇ ਨਹੀਂ ਪਾਉਂਦਾ ਹੈ। ਫਿਰ ਪਾਵਰਟੀ ਦੇ ਸਵਾਲ ਉੱਠਣਗੇ, ਫਿਰ ਵੈਲਥ ਡਿਸਟ੍ਰੀਬਿਊਸ਼ਨ ਦੇ ਸਵਾਲ ਉੱਠਣਗੇ, ਫਿਰ ਕਨੈਕਸ਼ਨ ਬਿਟਵੀਨ ਬਿਲੀਅਨੇਅਰਸ ਮਿਲੀਅਨੇਅਰਸ ਵਾਲਾ ਕੰਟਰੀ ਤੇ ਡਾਲਰ ਬਿਲੀਅਨੇਅਰਸ ਵਾਲਾ ਤੇ ਅਮਿਤ ਸਿੰਘ ਗੁਪਤਾ ਦੀ ਕਮੇਟੀ ਦੀ ਰਿਪੋਰਟ ਵਿੱਚੋਂ ਦਿਸਦਾ ਭਾਰਤ, ਉਹਦੇ ਸਵਾਲ ਉੱਠਣਗੇ। ਉੱਥੇ ਤੱਕ ਆਮ ਆਦਮੀ ਪਾਰਟੀ ਨਹੀਂ ਜਾਂਦੀ। ਤੁਸੀਂ ਕਈ ਵਾਰੀ ਕਹਿੰਦੇ ਹੋ ਕੋਈ ਸਵਾਲ ਪੁੱਛੀਏ ਅੱਗੋਂ ਜਵਾਬ ਆਉਂਦਾ ਡਿਵੈਲਪਮੈਂਟ ਡਿਵੈਲਪਮੈਂਟ ਡਿਵੈਲਪਮੈਂਟ। ਆਮ ਆਦਮੀ ਪਾਰਟੀ ਨਾਲ ਵੀ ਅਜਿਹਾ ਹੁੰਦਾ ਜਾ ਰਿਹਾ ਸੀ ਤੇ ਹੁਣ ਵੀ ਹੁੰਦਾ ਕਿ ਕੋਈ ਸਵਾਲ ਪੁੱਛੋ ਜਵਾਬ ਆਉਂਦਾ ਸਵਰਾਜ ਸਵਰਾਜ ਸਵਰਾਜ, ਕਿ ਜੀ ਉਹ ਠੀਕ ਸਵਰਾਜ ਨਹੀਂ ਸੀ, ਅਸੀਂ ਠੀਕ ਸਵਰਾਜ ਲਿਆਵਾਂਗੇ। ਕੀ ਸਵਾਲ ਦਾ ਜਵਾਬ ਉੱਥੇ ਨਹੀਂ ਪਿਆ ਸੀ ਕਿ ਅਸੀਂ ਆਈਡੀਓਲੋਜੀਕਲ ਇਸ਼ੂਜ਼ ਨਾਲ ਇੰਗੇਜ ਕਰਨ ਤੋਂ ਭੱਜਦੇ ਰਹੇ, ਅਸੀਂ ਸਟੇਟ ਦੇ ਨਾਲ ਜਿਹੜੀ ਟ੍ਰਿਸਟ ਹੋ ਸਕਦੀ ਸੀ ਉਹਨੂੰ ਬਾਈਪਾਸ ਕਰਦੇ ਰਹੇ। ਉਹਦੇ ਲਈ ਇੱਕ ਬਾਈਪਾਸ ਕਰਨ ਵਾਲੀ ਕਸਟਮਾਈਜ਼ਡ ਪਾਰਟੀ डिजाइन की थी, तो दोबारा अजिहा नहीं होगा, इसकी गारंटी। कई सवाल आपने पूछ लिए हैं एक में। देखिए अमूमन कोई भी पॉलिटिक्स, चाहे वो लेफ्ट की हो चाहे राइट की हो, जब सड़क पे पॉलिटिक्स होती है वो इसी सवाल पे होती है, बिजली का मीटर बिल प्रॉब्लम, प्याज का दाम, ये चीज़ है जो लोगों को ज़िंदगी में छूती है। जिसको आप बड़े आइडियोलॉजिकल सवाल कहते हैं वो उसके बैकग्राउंड में होते हैं, वो इस लड़ाई को ताकत देते हैं, इस लड़ाई को विचार देते हैं, जिन्हें आप और मैं आइडियोलॉजी कहते हैं। वो आमतौर पे सड़क पे डिस्कस नहीं होती। यादव और प्रशांत भूषण पे तो कोई एक्यूजेशन भी नहीं है ना कि वो नेइव हो सकते थे, उनको मालूम नहीं था, मैं कह सवाल नहीं उठा। तो इसलिए जो हम जमीन पे आंदोलन के मुद्दे उठा रहे थे उसमें कोई गड़बड़ नहीं थी। सवाल आप जो पूछ रहे हो कि उसके पीछे गहराई में क्या था, उसके पीछे गहराई में कोई बड़ा विचार था या नहीं था। और आपका कहना बिल्कुल सही है कि हम जो उसके जो गहरे विचार थे, सेकंड ऑर्डर के जो विचार थे, उनको खुलासा करके पब्लिक के सामने 2 साल में नहीं रख सके। लेकिन उससे ये मान लेना कि ये विचार थे ही नहीं, वो गलत होगा।
और ये मान लेना कि ये कोई बहुत बड़ा षड्यंत्र था स्टेट से ट्रस्ट को बाईपास करने का, वैसा कुछ नहीं। मैं समझता हूँ इस आम आदमी पार्टी के जो पूरा मूवमेंट चला है उसके अंदर लोग ये जरूर कर रहे हैं जिस तरह दी बाकी पार्टियां उस तरह दी पार्टी बन गई, स्टेटस कोस्ट पार्टियां दा बदल बनी सी, एक और स्टेटस को पार्टी आ गई। क्या हुआ एसपी इसमें कि करप्शन दे अगेंस्ट, करप्शन अगेंस्ट हिंदुत्व ब्रिगेड भी बड़ी करप्शन दे अगेंस्ट है, कुछ मुद्दे कटे मिलते हैं ना। अब बिल्कुल सही कह रहे हो, करप्शन को अपोज करना अपने आप में कोई आइडियोलॉजी नहीं है ना, वो नहीं। मगर स्वराज जो है वो बहुत गहरी चीज है। अनफॉर्चुनेटली हमने इस पार्टी में अभी तक स्वराज के एक छोटे से डायमेंशन को छुआ है, वो डिसेंट्रलाइजेशन का है। उसका इकोनॉमिक डायमेंशन, उसका सोशल डायमेंशन, उसका कल्चरल डायमेंशन, आइडियोलॉजिकल डायमेंशन वो हमने अभी इलेबोरेट नहीं किया है। हमने कोशिश की थी पर देवेंद्र शर्मा जी अक्सर टीवी ਤੇ ਡਿਬੇਟਾਂ ਵਿੱਚ ਵੱਡੇ ਨੈਸ਼ਨਲ ਚੈਨਲਸ ਦੇ ਵਿੱਚ ਮੈਂ ਤੁਹਾਨੂੰ ਅਕਸਰ ਵੈਕਲਪਿਕ ਆਵਾਜ਼ ਦੇ ਰੂਪ ਵਿੱਚ ਦੇਖਦਾ, ਉਹਨਾਂ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਆ ਜਿਨ੍ਹਾਂ ਦੀ ਗੱਲ ਕਾਰਪੋਰੇਟਾਈਜ਼ਡ ਮੀਡੀਆ ਵਿੱਚ ਅਕਸਰ ਨਹੀਂ ਹੁੰਦੀ। ਕਿਸਾਨਾਂ ਦੇ ਮੁੱਦੇ ਹੋਣ, ਲੈਂਡ ਐਕੁਇਜ਼ੀਸ਼ਨ ਦੇ ਮੁੱਦੇ ਹੋਣ, ਬੀਟੀ ਦੇ ਮੁੱਦੇ ਹੋਣ, ਜੀਨ ਪੂਲ ਦੇ ਮੁੱਦੇ ਹੋਣ, ਇਹਦੇ ਤੇ ਤੁਸੀਂ ਲਗਾਤਾਰ ਬੋਲਦੇ ਰਹਿੰਦੇ ਹੋ। ਤੁਸੀਂ ਮੈਨੂੰ ਦੱਸੋ, ਇਹ ਇੱਕ ਵੱਡਾ ਮੌਕਾ ਸੀ ਜਿਸ ਵੇਲੇ ਲੋਕ ਨਵੀਂ ਗੱਲ, ਨਵੇਂ ਲੋਕਾਂ ਦੀ ਗੱਲ, पुराने लगेज तो रहत लोगों की गल, पुराने लगेज तो रहत गल सुनने नूं तैयार सी। उस वेले जिस वेले उभरदियां शक्तियां इन्हां गल्लां नाल इंगेज नहीं करदियां कि बहुत वड्डे प्लेटफॉर्म लूज नहीं कीते जांदे, कि वैकल्पिक राजनीति नूं जिहड़ा प्लेटफॉर्म मिलना सी ਉਹ लूज नहीं किया जाता। जे आम आदमी पार्टी या जोगिंदर यादव जी दे कुछ साथियों के हरियाणे में चलाए कुछ अंदोलन नूं बाहर रख दईए तो केवल कॉलम भरन लई किते किते प्रोटेस्ट कीते जांदे ने लैंड एक्विजिशन दे उत्ते। न्यामगिरी दी पहाड़ियां विच की हो जावे, देश ਦੇ ਵਿੱਚ ਲੋਕ ਬੀਫ ਖਾ ਸਕਦੇ ਆ ਨਹੀਂ ਖਾ ਸਕਦੇ, ਇਹਨਾਂ ਚੀਜ਼ਾਂ ਦਾ ਕੋਈ ਪ੍ਰੈਸ਼ਰ, ਕਿਸੇ ਕਿਸਮ ਦੀ ਆਈਡੀਓਲੋਜੀਕਲ ਇਸ਼ੂ ਦਾ ਪ੍ਰੈਸ਼ਰ ਇਸ ਕਿਸਮ ਦੀਆਂ ਫੋਰਸਿਸ ਦੇ ਉੱਤੇ ਨਹੀਂ ਆਉਂਦਾ। ਐਂਡ ਅਗੇਨ ਜੇ ਮੈਂ ਜ਼ਿਆਦਾ ਗੱਲ ਕਰਾਂ ਵੀ ਆਮ ਆਦਮੀ ਪਾਰਟੀ ਦੀ, ਤੁਹਾਨੂੰ ਰੋਕਣ ਦਾ ਪੂਰਾ ਅਧਿਕਾਰ ਹੈ, ਕਿਉਂਕਿ ਮੇਰੀ ਚਿੰਤਾ ਪੂਰੇ ਦੇਸ਼ ਦੇ ਵਿੱਚ ਵੈਕਲਪਿਕ ਰਾਜਨੀਤੀ ਦੀ ਗੱਲ ਕਰਨ ਵਾਲੀਆਂ ਸ਼ਕਤੀਆਂ ਦੇ ਬਾਰੇ ਹੈ, ਕੇਵਲ ਦਿੱਲੀ ਦੀ ਜਾਂ ਹਰਿਆਣੇ ਦੀ ਕਿਸੇ ਆਮ ਆਦਮੀ ਪਾਰਟੀ ਬਾਰੇ ਨਹੀਂ। ਇਹ ਤੁਸੀਂ ਪਹਿਲੇ ਵੀ ਕਿਹਾ ਸੀਗਾ ਜਦੋਂ ਸਟਾਰਟ ਕੀਤਾ ਡਿਬੇਟ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀ, ਤੁਹਾਨੂੰ ਲੱਗਦਾ ਆਈ ਬੀਨ ਰਿਨੀਜਿੰਗ ਔਨ ਦਾ ਪ੍ਰੋਮਿਸ। ਲੇਕਿਨ ਮੈਨੂੰ ਲੱਗਦਾ ਹੈ ਕਿ ਅਲਟੀਮੇਟਲੀ ਯੂ ਆਲਸੋ ਫੈਲ ਇਨ ਦੀ ਸੇਮ ਟ੍ਰੈਪ ਜੀ। ਤੁਸੀਂ ਆਮ ਆਦਮੀ ਪਾਰਟੀ ਦੀ ਤੁਸੀਂ ਵੀ ਆਮ ਆਦਮੀ ਪਾਰਟੀ ਗੱਲਾਂ ਕਰ ਰਹੇ ਹੋ, ਐਂਡ ਆਈ ਫੀਲ ਆਈ ਐਮ ਮਿਸਫਿਟ ਹੇਅਰ, ਕਿਉਂਕਿ ਯੂ ਨੋ ਵੈਨ ਯੂ ਆਰ ਟਾਕਿੰਗ ਟੂ ਆਮ ਆਦਮੀ ਪਾਰਟੀ ਪੀਪਲ ਆਈ ਐਮ ਨਾਟ ਦੀ ਪਰਸਨ, ਰਾਈਟ ਪਰਸਨ। ਆਈ ਥਿੰਕ ਯੂ ਹੈਵ ਟੂ ਮੂਵ ਅਵੇ ਫਰਮ ਆਮ ਆਦਮੀ ਪਾਰਟੀ। अगर तुसी वैकल्पिक की गल करनी है, यू हैव टू मूव अवे फ्रॉम आम आदमी पार्टी। मैं आम आदमी पार्टी नाल बिल्कुल एसोसिएटेड नहीं है, लेकिन मैं जब इंडिया अगेंस्ट करप्शन बनया सीगा, जैसे नाम ही दिता सीगा, तो आई वाज वन ऑफ द फाउंडर मेंबर्स। बिल्कुल मैंने पता है उस मूवमेंट तो लेके टी मन्ना तक की हाल होया सीगा। मैंने ये भी पता है कि उसके बाद जो होया, खैर मैं डायरेक्टली नहीं सीगा, वो तो योगेंद्र यादव जी आगे सीगे, बट वो जिस लेवल ते पहुंच गया सीगा अन्ना अंदोलन, उस लेवल पे इट वाज इजी फॉर एनीबॉडी टू सी कि भाई ही कुड सी द पोटेंशियल ऑफ बीइंग इन द पॉलिटिकल सिस्टम और पॉलिटिकल लीग और व्हाटएवर इट इज। सो यू जंप फ्रॉम वन सिस्टम टू अनदर सिस्टम विदाउट हैविंग एनी सीरियस थॉट और व्हाटएवर, एंड यू क्लेम ऑल दोज थिंग्स जो तुसी लोगों को सुनाना चाहते हो, एंड देन फिर एक लेवल ते जाके एक आम आदमी पार्टी की गल नहीं है सिर्फ, तुसी बीजेपी देख लो, तुसी कांग्रेस देख लो, तुसी लेफ्ट पार्टीज देख लो, वो फिर लीडर्स की मजबूरी आ जाती है। यू नो दिस इज समथिंग व्हिच आई फाइंड एवरी टाइम। अटल बिहारी वाजपेयी कहंदे सी मेरी मजबूरी है, हां जी। प्राइम मिनिस्टर कहंदे पिछले वाले वो भी उन्हें मजबूरी सीगी, जॉइंट इन मजबूरी, सब दी मजबूरी आ जाती है, बड़ी कन्वीनिएंट मजबूरी, बड़ा कन्वीनिएंट मजबूरी आ जाती है। देन दे से कि नहीं हमें करना पड़ेगा क्योंकि हमें इसका मतलब देश को देखना, हमें विकास देखना है या स्वराज देखना है, जो भी कहेंगे हम लोग। आई थिंक आई हैव लॉस्ट माय इंटरेस्ट इन ऑल दिस थिंग्स, हां जी। The so-called ideological frame जिसे ਅਸੀਂ ਗੱਲ ਕਰਦੇ ਹਾਂ ਨਾ, basically is how to get into power, how to dominate, how to control. Nothing beyond that. राजनीति की होगी फिर? I have no answer for that, but all I am saying is कि अगर ਅਸੀਂ that's one honest answer, देश ਦਾ आंसर, देश ਦਾ ਹਾਲ ਦੇਖੋ ਜੀ, ਇਹਨਾਂ ਮੇਰਾ ਐਕਸਪੀਰੀਅੰਸ ਹੈ ਪਿਛਲੇ 15-20-25 ਸਾਲ ਦਾ। ਮੇਰਾ ਕਹਿਣਾ ਹੈ ਕਿ ਜੋ ਲੀਡਰਸ ਅੱਜ ਆ ਰਹੇ ਹੈ, ਐਂਡ ਆਈ ਐਮ ਨਾਟ ਟਾਕਿੰਗ ਪਾਰਟਿਕੂਲਰ A B C, ਜੋ ਲੀਡਰ ਬਾਈ ਐਂਡ ਲਾਰਜ ਆ ਰਹੇ ਹੈ, ਉਹ ਡਿਸਕਨੈਕਟਡ ਹੈਗੇ ਸਾਰੇ ਇਸ਼ੂਜ਼ ਤੋਂ। And they come to Delhi and Delhi तो बैठ के उन्होंने लगता है कि ये देश हैगा, they have not even gone 50 किलोमीटर तो अगे कि देश का हालत की है। they decide the way कि the narrative जड़ा हैगा decide कर लेंदे हैं, or it has already been decided by the TV anchors nowadays. Nowadays it is TV anchors which decide the narrative, बड़ा आसान है और वही सब लोग repeat करना, politically correct हो जाता बोलना वही सारा। Politics 101, that is what I find, nation seeks an answer, that is what I find when I sit on almost all panels। चार बंदे एक पासे होंदे हैं, you are left to you know stand up, and then you are called anti development, you are called anti national at one stage। थोड़ा ज्यादा बोलोगे तो anti national। हाँ जी, ये भी सब होता है। मेरा कहना है कि तो तुसी political alternative की गल कर रहे हो, I think let's go to that।
ਆਮ ਆਦਮੀ ਪਾਰਟੀ ਮੈਨੂੰ ਕਦੀ ਨਹੀਂ ਲੱਗਿਆ that they actually want to fill up that space. Now this must be a tough statement to make. ਮੈਨੂੰ ਨਹੀਂ ਲੱਗਿਆ because I have of course seen the background. ਕਿਆ ਸੀਗਾ? See, when we were in Team Anna, actually it was not Team Anna which some people let's say decided to form a party. Team Anna ने नहीं बनाई थी. Few people decided to go aside and form a political party. जी जोगिंदर जी नालों ਤੁਹਾਡੀ ਪੰਜਾਬੀ ਅੱਛੀ ਹੈ. ਬਹੁਤ ਪਹਿਲੇ ਬਾਅਦ ਚ ਆਏ ਹੈ, ਉਹ ਤਾਂ ਪਹਿਲੇ ਗੱਲ ਕਰ ਰਹੇ ਹਾਂ. ਔਰ ਮੈਨੂੰ ਯਾਦ ਹੈ ਕਿ ਉਸ Team Anna ਵਿੱਚ there were some people ਜਿਨ੍ਹਾਂ ਦੇ ਉੱਪਰ ਇਸ਼ਾਰਾ ਹੁੰਦਾ ਸੀਗਾ ਕਿ ਤੁਸੀਂ ਐਡਵਾਂਟੇਜ ਲੈ ਰਹੇ ਹੋ, ਫੋਟੋ ਤੁਹਾਡੀ ਟੀਵੀ ਚ ਆਉਂਦੀ ਹੈ ਕਿਉਂਕਿ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ. ਉਹਨਾਂ ਤੋਂ ਉੱਪਰ ਇਸ਼ਾਰਾ ਹੋਇਆ and they were people who were fighting election otherwise. ਇੱਕ ਮਿੰਟ ਪਹਿਲੇ ਗੱਲ ਖਤਮ ਕਰਾਂ ਜੀ quickly. Now the point is ਕਿ the same people who were opposing others ਕਿ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਇਸ ਕਰਕੇ Team Anna ਚ ਦਿਖਦੇ ਹੋ ਸਟੇਜ ਤੇ ਬੈਠੇ, ਉਹੀ ਬੰਦੇ ਇਲੈਕਸ਼ਨ ਆਪਣੇ ਲੜਨਾ ਆ ਗਏ. You got my point? ਮੇਰਾ ਮਤਲਬ ਕਹਿਣ ਦਾ ਸਿਰਫ ਇਹ ਸੀਗਾ ਕਿ ਉਹ ਸਾਰੀ ਮਹੱਤਵਕਾਂਸ਼ਾ ਸੀਗੀ, ਸਾਰਾ ਏਮ ਸੀਗਾ ਕਿ ਤੁਸੀਂ ਕਰਨਾ ਹੈ and you found a platform laid out by the media. Thank you Devinder ji for also staying on the Aam Aadmi Party. Let me finish that because you started with that and I know you'll come to that. I thought let me make something clear. ਬਿਲਕੁਲ. The point is ਜੋ ਤੁਸੀਂ ਕਹਿ ਰਹੇ ਹੋ ਅੱਜ ਵਿਕਾਸ ਦੀ ਗੱਲ ਕਰ ਰਹੇ ਹੋ, ਸਾਰੇ ਦੇਸ਼ ਦੇ ਵਿਕਲਪਿਕ ਦੀ ਗੱਲ ਕਰ ਰਹੇ ਹੋ, that economic thinking or socio-economic thinking to see कि सबका साथ सबका विकास जो statement Mr. Modi use करते हैं, how it can be made possible, I think is not on the agenda of any political party. And when I say any political party, those ਜਿਹੜੇ ਵਿਕਲਪਿਕ ਰਾਜਨੀਤੀ ਦੀ ਗੱਲ ਕਰਦੇ ਨੇ, ਕਿਉਂ ਕਿਤੇ ਨਾ ਕਿਤੇ they are also being kind to Joginder Yadav by not naming it. They are also getting into the same framework of ਜੋ ਅਸੀਂ ਸੁਣਦੇ ਹਾਂ ਮਜਬੂਰੀ ਹੈ ਜਾਂ ਜੋ ਸ਼ਾਇਦ ਮੈਨੂੰ ਬ੍ਰੇਕ ਲੈਣਾ ਪੈ ਰਿਹਾ. ਮੈਂ ਸਟੇਟ ਤੁਹਾਡੇ ਕੋਲ ਆਣਾ ਚਾਹਾਂਗਾ ਇਹ ਪੁੱਛਣ ਲਈ ਕਿ ਮੇਰੀ ਕਮੀਜ਼ तुम्हारी कमीज से सफेद कैसे दिखती है. ਜੇ ਇਹਦਾ ਜਵਾਬ ਮੈਂ ਲੱਭ ਲਾਂ ਤੇ ਮੈਨੂੰ ਵੋਟਾਂ ਜ਼ਿਆਦਾ ਪੈ ਜਾਣਗੀਆਂ. ਹੁਣ ਕੀ ਵੈਕਲਪਿਕ ਰਾਜਨੀਤੀ ਕਿਸ ਦੀ ਕਮੀਜ਼ ਜ਼ਿਆਦਾ ਸਫੇਦ ਹੈ ਕੇਵਲ ਇਹਦੇ ਵਿੱਚੋਂ ਦਿਸੇਗੀ ਜਾਂ ਦਵਿੰਦਰ ਸ਼ਰਮਾ ਜੀ ਜਿਹਦੀ ਗੱਲ ਕਰ ਰਹੇ ਨੇ ਇੱਕ ਲਾਰਜਰ ਪੋਲੀਟੀਕਲ ਆਈਡੀਓਲੋਜੀਕਲ ਫਰੇਮਵਰਕ ਜਿਹੜਾ ਵਿਕਲਪਿਕ ਰਾਜਨੀਤੀ ਨਾਲ ਇੰਗੇਜ ਕਰਦਾ ਹੋਵੇ? ਕੌਣ ਇਸ ਫਰੇਮਵਰਕ ਨੂੰ ਲੱਭਣ ਗਿਆ ਹੋਇਆ ਤੇ ਕਿਉਂ ਨਹੀਂ ਲੱਭ ਰਿਹਾ? ਇਸ ਬ੍ਰੇਕ ਤੋਂ ਬਾਅਦ ब्रेक तो बाद फिर स्वागत है. चर्चा कर रहे हैं दलील दे विच अल्टरनेटिव पॉलिटिक्स देश दे विच किवें लभी जा रही है, जिन्हां ने पहलां लभी सी उन्हां ने कित्थे गवाई है ते हुण जिहड़े नवें लभण जा रहे ने किन्हां गल्लां दा ध्यान रखण ताकि इस वारी जदों लॉटरी निकले तां विचों सचमुच विकल्पिक राजनीति निकले. जी गोदारा जी, फर्स्ट ऑबवियस जिहड़ा पॉइंट है जिहड़े एक्सट्रा ऑर्डीनरी पावर देश दे विच राजनीति दे नाल लार्जर बिजनेस ग्रुप्स दी आके जुड़ गई सी, किवें वो पोलीटिकल पार्टीज नूं फाइनेंस करदे ने, इहदियां गल्लां कीतियां जा रहीआं सी. ये सारा कुछ एक आइडियोलॉजिकल फ्रेमवर्क दा हिस्सा लगदा सी. देश के वड्डे उद्योगिक घराणियां दी गलबात कीती गई. रॉबर्ट वाड्रा दा नाम लैके बड़े वड्डे लैवल के उत्ते देश के किवें करप्शन हुंदी है, किवें लैंड डील्स हुंदी है, इन्हां चीज़ां नूं रेखांकित किया गया. जिस वेले पार्टी जित जाती है राजीव गोदारा जी 67 MLA आ जाने तो बाद उस राजनीति नूं विनर्स वैकल्पिक मान लैंदे ने. एक वड्डी भीड़ उन्हां दे नाल खड़ी है क्योंकि उन्हां दी आस वही है जो तुसीं वादा कीता सी. समय से डिलीवरी होगी सर्विस की, पानी सस्ता मिलेगा, बिजली सस्ती मिलेगी, हफ्ता पुलिस नूं जिहड़ा दिंदे सी या किसी गली दे माफिया नूं दिंदे सी वो बंद हो जाएगा. इहदे ते वो पार्टी लगातार डिलीवर करती रही है ते करेगी. अजिहा लोकी अजे भी विश्वास कर रहे हैं कि अजिहे विच वैकल्पिक राजनीति का सुपना छोटा करन वालियां दे विच जिहड़ी गिल्टी पार्टी है ਉਹਦੇ ਵਿੱਚ ਤੁਸੀਂ भी शामिल नहीं? दो तीन गल्लां मैनूं लगदियां ने जी. जो पार्टी बनी जे विचार वेख के जो पार्टी दी गल वेख के मैं आया अन्ना मोमेंट चल रहा सी ਉਹਦੇ ਵਿੱਚ बहुत सारे सवाल उठते सी. बहुत सारे सवालों में बहुत जोरदार तरीके नाल डिफेंड भी करता सी ते बहुत सारे सवाल रखता भी सी. परंतु जो पार्टी बनी ਉਹਦੇ ਵਿੱਚ ਮੈਨੂੰ ਸਮਝ ਆਈ कि दो तीन गल्लां ने. एक गल ये है कि समाज ਦੇ ਵਿੱਚ ਆਖਰੀ ਹਿੱਸੇ 'ਚ ਰਹਿਣ ਵਾਲਾ ਬੰਦਾ ਜਿਹਦੀ ਕੋਈ ਆਵਾਜ਼ ਨਹੀਂ ਉਹਨੂੰ ਕੋਈ ਤੇ ਨਿਆਂ ਮਿਲੇਗਾ, ਉਹਦੀ ਕਿਤੇ ਗੱਲ ਹੋਏਗੀ, ਉਹ ਕਰਪਸ਼ਨ ਦੇ ਰਾਹੀਂ ਹੋਏ, ਉਹ ਬਿਜਲੀ ਪਾਣੀ ਦੇ ਰਾਹੀਂ ਹੋਏ. ਇੱਕ ਬਹੁਤ ਵੱਡਾ ਵਿਚਾਰ ਸੀ ਜਿਹਦੇ ਨਾਲ ਸਵਰਾਜ ਦੇ ਨਾਂ ਨੂੰ ਵੀ ਦਿੱਤਾ ਗਿਆ, ਡੀਸੈਂਟਰਲਾਈਜੇਸ਼ਨ ਨੂੰ ਵੀ ਕਿਹਾ ਗਿਆ. ਇਹਦੇ ਨਾਲ ਇਹ ਵੀ ਸੀਗਾ ਕਿ ਰਾਜਨੀਤੀ ਇੱਕ ਤਰ੍ਹਾਂ ਦੀ ਹੋਏਗੀ ਜਿੱਥੇ ਵਿਅਕਤੀਵਾਦ ਨਹੀਂ ਹੋਏਗਾ, ਜਿੱਥੇ ਲੀਡਰਸ ਅਕਾਊਂਟੇਬਲ ਹੋਣਗੇ ਸਮਾਜ ਨੂੰ. ਇਹ ਸਾਰੀ ਗੱਲਾਂ ਹੋਈਆਂ. ਹੁਣ ਤੁਸੀਂ ਜਦੋਂ ਸਿਧਾਂਤ ਤੇ ਵਿਚਾਰ ਦੀ ਗੱਲ ਕਰਦੇ ਹੋ, ਮੁੱਦਿਆਂ ਦੀ ਗੱਲ ਕਰਦੇ ਹੋ, ਅਲਟੀਮੇਟਲੀ ਜਿਹੜਾ ਉਹਨੂੰ ਸਿਧਾਂਤ ਦੇ ਨਾਂ ਤੇ ਲਪੇਟਣ ਦੀ ਬਜਾਏ ਆਈਡੀਓਲੋਜੀ ਦੇ ਫਰੇਮਵਰਕ ਦੇ ਵਿੱਚ ਗੱਲ ਉਹੀ ਹੋਈ ਕਿ ਆਖਰੀ ਬੰਦੇ ਨੂੰ ਨਿਆਂ ਤੇ ਸਮਾਨਤਾ ਕਿਵੇਂ ਮਿਲੇਗੀ. ਮੈਂ ਗੱਲ ਪੂਰੀ ਕਰਨਾ ਸਰ. मैं केवल ये कह देना चाहना क्योंकि तुसी आम आदमी पार्टी दे एक ही धड़े दे नाल पिरोए होए हो ते दूसरे पासे कोई नहीं है. इस करके मेरा इंटरस्ट आम आदमी पार्टी दे इंटरनल मैकिनेशंस दे विच घट है, वैकल्पिक राजनीति दी भाल विच ज्यादा. मैं सर वही गल कर रहा सी.
ਤੇ ਇਹ ਗੱਲ ਨੂੰ ਮਤਲਬ ਕਿਤੇ ਵੈਕਿਊਮ 'ਚ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਰੈਫਰੈਂਸ ਕਿ ਮੈਂ ਜਦੋਂ ਇਹ ਸੋਚ ਕੇ ਆਇਆ ਉਹਦੇ 'ਚ ਮੈਨੂੰ ਵੈਕਲਪਿਕ ਰਾਜਨੀਤੀ ਸਾਰੇ 'ਚ ਦਿਸੀ, ਜਿੱਥੇ ਵਿਚਾਰ ਵੀ ਹੋਏਗਾ, ਜਿੱਥੇ ਸੰਗਠਨ ਵੀ ਹੋਏਗਾ, ਚੁਣਾਵ ਵੀ ਹੋਏਗਾ, ਬਹੁਤ ਸਾਰੇ ਕੰਮ ਵੀ ਹੋਣਗੇ, ਜਿਹਨੂੰ ਯੋਗੇਂਦਰ ਜੀ ਕਹਿੰਦੇ ਰਹੇ ਨੇ, ਕਿਸ਼ਨ ਪਟਨਾਇਕ ਜੀ ਨੇ ਤੇ ਸੁਨੀਲ ਜੀ ਨੇ ਵੀ ਕਿਹਾ ਵੈਕਲਪਿਕ ਰਾਜਨੀਤੀ ਦੇ ਰਚਨਾਤਮਕ ਕੰਮ ਵੀ ਹੋਣਗੇ। ਹੁਣ ਜਦੋਂ ਪਾਰਟੀ ਬਣੀ ਉਦੋਂ 31 ਕਮੇਟੀਆਂ ਬਣੀਆਂ, ਮੈਂ ਉਦੋਂ ਹੀ ਸਵਾਲ ਚੁੱਕਿਆ ਸੀ ਕਿ ਸਵਰਾਜ ਨੂੰ ਜੇ ਤੁਸੀਂ ਇਹ ਨਹੀਂ ਦੱਸਦੇ ਕਿ ਸਮਾਨਤਾ ਦੇ ਆਧਾਰ ਤੇ ਸਮਾਜ ਬਣਾ ਕੇ ਸਵਰਾਜ ਲਾਇਆ ਜਾਏਗਾ, ਮੈਂ ਅੱਜ ਤੋਂ ਨਹੀਂ ਕਰ ਰਿਹਾ, ਦੂਜੇ ਧੜੇ ਦੀ ਗੱਲ ਅੱਜ ਨਹੀਂ ਕਰ ਰਿਹਾ, ਅਗਲੇ ਸਮੇਂ ਦੇ ਵਿੱਚ ਜਿਹੜੀ ਕਮੇਟੀਆਂ ਬਣ ਕੇ ਵਿਚਾਰ ਹੋਣਾ ਸੀ ਉੱਥੇ ਇੱਕ ਦਿੱਕਤ ਆਈ। ਉੱਥੇ ਦਿੱਕਤ ਕੀ ਆਈ? ਅਚਾਨਕ ਇਹ ਹੋਣਾ ਸ਼ੁਰੂ ਹੋ ਗਿਆ ਕਿ ਕੁਮਾਰ ਵਿਸ਼ਵਾਸ ਜੀ ਕਹਿੰਦੇ ਨੇ ਗੋਲੀ ਮਾਰ ਦਿਓ। ਰਾਜੀਵ, ਉਹਨਾਂ ਦਿੱਕਤਾਂ ਦਾ ਤੁਸੀਂ ਜ਼ਿਕਰ ਤੁਹਾਡੇ ਕੋਲ ਕਰਨ ਲਈ ਬਹੁਤ ਸਾਰੇ ਪਲੇਟਫਾਰਮ ਹੋਣਗੇ, ਜਦੋਂ ਤੁਹਾਨੂੰ ਕੱਢਿਆ ਜਾਵੇਗਾ, ਜਿਹਦੀ ਮੈਨੂੰ ਪੂਰੀ ਉਮੀਦ ਹੈ ਤੇ ਤੁਹਾਨੂੰ ਡਰ ਹੋਵੇਗਾ ਜਾਂ ਉਮੀਦ ਹੋਵੇਗੀ, ਡਿਪੈਂਡਿੰਗ ਔਨ ਹਾਊ ਯੂ ਸੇ ਇਟ, ਉਸ ਵੇਲੇ ਤੁਸੀਂ ਕਰ ਸਕਦੇ ਹੋ। ਮੇਰਾ ਸਵਾਲ ਇੰਨਾ ਹੈ, ਜਿਸ ਵੇਲੇ ਯੋਗੇਂਦਰ ਯਾਦਵ ਇਜ਼ ਅ ਰਿਮਾਰਕੇਬਲ ਸੈਫੋਲੋਜਿਸਟ, ਅ ਰਿਮਾਰਕੇਬਲ ਪੋਲੀਟੀਕਲ ਸਾਇੰਟਿਸਟ, ਤੇ ਸਾਰੀ ਸਮਝ ਦੇ ਨਾਲ ਉਹਨਾਂ ਨੇ ਬਿਲਕੁਲ ਸਹੀ ਵਕਤ ਚੁਣ ਲਿਆ, ਇਹ ਪਹਿਚਾਨ ਕਰ ਲਈ ਵੈਕਿਊਮ ਹੈ, ਇਸ ਵੇਲੇ ਪੋਲੀਟੀਕਲ ਫੋਰਸ ਦੀ ਜ਼ਰੂਰਤ ਹੈ, ਕ੍ਰੀਏਟ ਕਰ ਲਈ, ਉਥੋਂ ਤੱਕ ਸਕਸੈਸਫੁਲ ਸੀ। ਲੇਟਰ ਔਨ ਯੂ ਪੀਪਲ ਵਰ ਕੌਟ ਇਨ ਦਾ ਰੋਂਗ ਬੈਟਲ, ਮੇਰੀ ਕਮੀਜ਼ तुम्हारी कमीज से सफेद कैसे वाली बैटल ਦੇ ਵਿੱਚ ਹੁਣ ਹਰ ਰੋਜ਼ ਤੁਸੀਂ ਸਾਬਿਤ ਕਰਦੇ ਹੋ ਕਿ ਸਾਡੀ ਕਮੀਜ਼ ਸਫੇਦ ਸੀ। ਨਵੀਂ ਵੈਕਲਪਿਕ ਰਾਜਨੀਤੀ ਦੀ ਜਿਸ ਵੇਲੇ ਭਾਲ ਹੋਵੇਗੀ ਤਾਂ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ? ਸਰ ਮੈਂ ਫਿਰ ਆਪਦੀ ਗੱਲ ਉੱਥੇ ਸ਼ੁਰੂ ਕਰਾਂਗਾ, ਤੁਹਾਡੇ ਬਾਰ-ਬਾਰ ਸਵਾਲ ਨੂੰ ਰੋਕ ਮੈਂ ਕੇਵਲ ਕੋਸ਼ਿਸ਼ ਕਰ ਰਿਹਾ। ਮੈਂ ਇਹ ਕਹਿ ਰਿਹਾ ਸੀ ਜਦੋਂ ਤੁਸੀਂ ਵੈਕਲਪਿਕ ਰਾਜਨੀਤੀ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਮੇਰੀ ਸਮਝ ਜਿਹੜੀ ਆਂਦੀ ਹੈ ਉਹ ਇਹ ਹੈ ਕਿ ਜਿਹੜਾ ਵਾਅਦਾ ਤੇ ਲੋਕਾਂ ਨੂੰ ਕੀਤਾ ਜਾਂਦਾ ਹੈ, ਜਦੋਂ ਮੈਂ ਅਕਾਊਂਟੇਬਿਲਿਟੀ ਦੀ ਗੱਲ ਕੀਤੀ, ਲੋਕ ਤੇ ਉਸ ਗਰੁੱਪ ਦੇ ਵਿੱਚ ਬੈਠੇ ਜਿਹੜੇ ਉਸ ਤਲਾਸ਼ ਦੇ ਵਿੱਚ ਨੇ ਲੱਗੇ ਹੋਏ ਨੇ, ਉਹ ਵੀ ਵੇਖਣਗੇ ਤੁਸੀਂ ਉਸ ਰਾਹ ਤੋਂ ਕਿੱਥੇ ਭਟਕ ਰਹੇ ਹੋ। ਜੇ ਉਹ ਵੇਖਣਾ ਬੰਦ ਕਰ ਦਿੱਤਾ ਗਿਆ ਤਾਂ ਵੈਕਲਪਿਕ ਰਾਜਨੀਤੀ ਬਣ ਹੀ ਨਹੀਂ ਸਕਦੀ। ਮੈਨੂੰ ਇਹ ਲੱਗਦਾ ਹੈ ਕਿ ਉਹ ਰਾਸਤਾ ਵੇਖਣ ਦੀ ਗੱਲ ਇਸ ਪਾਰਟੀ ਦੇ ਵਿੱਚ ਹੋਈ, ਉਹ ਹੋਣੀ ਚਾਹੀਦੀ ਹੈ ਤੇ ਇੱਥੋਂ ਹੀ ਰਾਸਤਾ ਬਣਦਾ। ਇਹ ਜਿਹੜਾ ਹੁੰਦਾ ਨਾ ਕੱਲ ਬਣਿਆ ਸੀ ਅੱਜ ਟੁੱਟ ਕਿਉਂ ਰਿਹਾ, ਨਵੇਂ ਤੋੜ ਕੇ ਵੀ ਕਈ ਵਾਰ ਨਵੇਂ ਨਿਰਮਾਣ ਹੁੰਦੇ ਨੇ। ਇਸ ਅਕਾਊਂਟੇਬਿਲਿਟੀ ਦਾ ਸਵਾਲ ਜਦੋਂ ਤੱਕ ਰਹੇਗਾ ਉਹਦੀ ਸ਼ਾਲਿਨੀ ਮਾਈ ਅਪੋਲੋਜੀਜ਼, ਜਿਸ ਤਰੀਕੇ ਨਾਲ ਪਾਰਟੀ ਸਭ ਤੋਂ ਅੰਤ ਤੇ ਵੋਲੰਟੀਅਰਸ ਦੀ ਸਾਰ ਲੈਂਦੀ ਹੈ, ਮੈਂ ਵੀ ਅੰਤ ਤੇ ਤੁਹਾਡੇ ਵੱਲ ਨੂੰ ਮੁੜ ਰਿਹਾ, ਬਟ ਯੂ ਆਰ ਦਾ ਫਲਕਰਮ, ਤੁਹਾਡੇ ਵਰਗੇ ਵੋਲੰਟੀਅਰਸ ਜਿਹਦੇ ਉੱਤੇ ਇਹ ਪਾਰਟੀ ਪੂਰੀ ਆਪਣੇ ਆਪ ਨੂੰ ਲੀਵਰੇਜ ਕਰਦੀ ਸੀ। ਕਿੰਨਾ ਕੁ ਤੁਹਾਨੂੰ ਸ਼ਾਮਿਲ ਕੀਤਾ ਗਿਆ ਉਸ ਵੇਲੇ ਜਿਸ ਵੇਲੇ ਇਹਨਾਂ ਆਈਡੀਓਲੋਜੀਕਲ ਫਰੇਮਵਰਕਸ ਦੀ ਤਲਾਸ਼ ਹੋ ਰਹੀ ਸੀ? ਕੀ ਵੋਲੰਟੀਅਰਸ ਇਹ ਡਿਮਾਂਡ ਰੱਖ ਰਹੇ ਸਨ? ਕਿਉਂਕਿ ਜਦੋਂ ਤੱਕ ਉਹ ਵੋਲੰਟੀਅਰਸ ਨੇ ਉਸ ਵੇਲੇ ਤੱਕ ਉਹ ਚੰਗੇ ਲੋਕਾਂ ਦਾ ਇੱਕ ਵੱਡਾ ਕਰਾਊਡ ਹੈ, ਇੱਕ ਵੱਡੀ ਭੀੜ ਹੈ, ਉਹ ਕਾਡਰ ਨਹੀਂ ਹੈ। ਕਾਡਰ ਉਹ ਤਾਂ ਬਣਦਾ ਜੇ ਇੱਕ ਆਈਡੀਓਲੋਜੀਕਲ ਫਰੇਮਵਰਕ ਸਾਹਮਣੇ ਆਵੇ। कि थल्लों डिमांड नहीं आई कि ऊपरों ही प्रोवाइड किया जाना चाहिए आइडियोलॉजिकल फ्रेमवर्क? बिल्कुल आई थी, हमेशा से रही। और यादव जी भी यहाँ पे हैं, गोदारा जी भी यहाँ पे हैं। हमने हर मीटिंग में बार बार ये कहा कि अगर हमारे पास एक आइडियोलॉजिकल लड़े, दिल्ली जीते, बीजेपी को हराएं, कांग्रेस को भगाएं, नहीं ये मामला नहीं। आज मैंने तो इतना ही सुनाई देता। नहीं, आपने वॉलंटियर से आगे बात नहीं की, आपने भी बात नहीं की, तो मैं ये बोलूंगी आपसे। तो मैं ये कह रही हूँ कि जो हमारे जैसे वॉलंटियर्स थे, हम लोगों का जुड़ाव आम आदमी पार्टी के साथ सिर्फ इसलिए था क्योंकि था, क्या भी है, लेकिन सिर्फ इसलिए है क्योंकि हम चाहते हैं कि जिस चीज को हम लोग भोगते आए हैं, झेलते आए हैं, हम वो आगे नहीं झेले। तो उसमें हमारा जैसे मेरा बार बार हमारी हर मीटिंग में हमने ये बात उठाई है, और नीचे से भी हम लोगों ने कई बार लिखा भी है, हमारी मिशन विस्तार टीम आई, उनको भी हमने लिखा कि हम ये देखना चाहते हैं कि हमारा विचार क्या है। जब तक आपके पास वो धागा नहीं होगा, शैलनी जरूरत है योगेंद्र यादव ते अरविंद केजरीवाल वर्गे सियाने समझदार ते ईमानदार लोग सोच के ਤੁਹਾਨੂੰ ਭੇਜਤਾ ਦਿੰਦੇ ਸੀ ਕਿ ਕੱਲ ਇਹ ਐਕਟੀਵਿਟੀ करनी है, परसों ये एक्टिविटी करनी है, ਹੁਣ ਫਲਾਣੇ ਚੌਕ ਵਿੱਚ ਇਕੱਠੇ ਹੋ ਜਾਓ, ਹੁਣ ਫਲਾਣੇ नारे मार दो। नहीं, पहली बात तो ये है कि ये कहना बहुत ही गलत होगा। कम से कम पंचकुला में हम लोग काम करते रहे हैं, हमने कभी किसी से डायरेक्शंस नहीं लिए, हम अपना काम खुद करते थे। पहली बात तो ये है। तो इतना मैं जरूर कहूंगी कि जिस तरह से ऑटोक्रेटिक हम लोगों को बताया जा रहा है वैसा नहीं है। सबसे पहली बात तो ये है। और ये इस चीज के लिए यू आर अमंग द प्रॉब्लमेटिक वॉलंटियर्स जेडे सोचन समझन वाले ते पार्टी से डिमांड करने वाले। मेरे ख्याल में ज्यादा तादाद ऐसे लोगों की ही है। हां, ओके, हां, मैं ये मानती हूं। एंड दैट इज अ प्रॉब्लम जेदे नाल आज आम आदमी पार्टी जूझ रही है कि ज्यादा मेरे ख्याल में ये प्रॉब्लम, मेरे ख्याल में ये प्रॉब्लम नहीं है, ये एक रास्ता है आगे जाने के लिए। मैं इसको ऐसे ही मानती हूँ। जब तक हम सवाल नहीं करेंगे तो हम लोग आगे बढ़ नहीं सकते हैं। अगर मैं ये चीजें एक्सेप्ट करने लग जाऊं तो मुझे कांग्रेस में होना चाहिए था या बीजेपी में होना चाहिए था, लेकिन मैं यहाँ खड़ी हूँ और मैं आप सवाल करने की हिम्मत कर पा रही हूँ, तो इसीलिए मैं यहाँ बैठी हूँ।
और यही बात हम लोगों के वॉलंटियर्स में होती रही है। लोग जिस वेले आंदे ने आके पूछते ने बूथ लेवल मैनेजमेंट किहो जी चल रही है, ये आइडियोलॉजिकल फ्रेमवर्क दिखाई देता नहीं। मैं आपको एक बात बहुत ही यहाँ पे सबके सामने मैं एक्सेप्ट करना चाहती हूँ कि जब हम लोकसभा के इलेक्शन भी लड़ रहे थे तब भी हमारे बीच में कई बार बात होती थी, और मैं लोकसभा इलेक्शन जो अम्बाला कॉन्स्टिट्यूएंसी के थे उसमें मैं एक्टिवली पार्टिसिपेट कर रही थी, तो कई बार हमारे यहाँ पे बात भी होती थी। तो मैं हमेशा सिर्फ ये कहती थी कि अभी हम लोग सिर्फ अपनी आवाज लेके जा रहे हैं, हम लोगों के बीच में एक चेतना लेके जा रहे हैं, इसके आगे अभी हमारा रोल नहीं है। हम लोग जीतेंगे हारेंगे ये बात की बात है, जीतना तो एक ही को है। तो हमारी जो आवाज है, हम लोग जब एक किसी का दरवाजा खटखटाते हैं और उसके सामने जाके एक विचार रख के आते हैं, हमारे लिए वो काफी था। योगेंद्र किसी भी पार्टी ਦਾ और ਚੰਗੇ ਵਿਚਾਰਾਂ ਨਾਲ ਸ਼ੁਰੂ ਹੋਈ ਪਾਰਟੀ ਦੇ ਵਿੱਚ ਕਿਸੇ ਫੁੱਟ ਦਾ ਆਣਾ, ਵਖਰੇਵੇ ਹੋਣੇ ਆਪਣੇ ਆਪ ਦੇ ਵਿੱਚ ਅਫਸੋਸਜਨਕ ਹੈ, ਪਰ ਤੁਹਾਨੂੰ ਇੰਜ ਨਹੀਂ ਲੱਗਦਾ ਜੇ ਇਹ ਫੁੱਟ ਪੈਣੀ ਹੀ ਸੀ ਤਾਂ ਕਾਸ਼ ਕਿਸੇ ਇਹੋ ਜਿਹੇ ਸਬਜੈਕਟ ਤੇ ਪੈਂਦੀ ਕਿ ਮੋਨੋਪੋਲਾਈਜੇਸ਼ਨ ਆਫ ਸਰਟਨ ਬਿਜ਼ਨੈਸਿਸ ਦੇ ਉੱਤੇ ਕੋਈ ਡਿਫਰੈਂਸਿਸ ਆ ਗਏ ਨੇ, ਪ੍ਰਿਆ ਪਿਲੇ ਦੇ ਉੱਤੇ ਲੈ ਕੇ ਗ੍ਰੀਨ ਪੀਸ ਦੇ ਪ੍ਰਤੀ ਸਾਡੀ ਕੀ ਅਪਰੋਚ ਹੋਵੇਗੀ, ਡਿਫਰੈਂਸਿਸ ਆ ਗਏ ਨੇ, ਲੈਂਡ ਐਕੁਜੀਸ਼ਨ ਦੇ ਉੱਤੇ ਸਾਡੇ ਡਿਫਰੈਂਸਿਸ ਆ ਗਏ ਨੇ, ਕਿਵੇਂ ਬੈਲੈਂਸ ਕੀਤਾ ਜਾਵੇ ਇੰਡਸਟਰੀਅਲਾਈਜੇਸ਼ਨ, ਡਿਮਾਂਡਸ ਆਫ ਡਿਵੈਲਪਮੈਂਟ ਵਰਸਸ ਪ੍ਰੋਬਲਮ ਦੈਟ ਫਾਰਮਰਸ ਫੇਸ, ਇਹਦੇ ਤੇ ਕੋਈ ਡਿਫਰੈਂਸਿਸ ਆ ਗਏ ਨੇ। ਤੁਹਾਡੇ ਕੋਈ ਡਿਫਰੈਂਸਿਸ ਵੀ ਆਈਡੀਓਲੋਜੀਕਲ ਗਰਾਊਂਡਸ ਦੇ ਉੱਤੇ ਨਹੀਂ ਆਏ। दैट आल्सो से समथिंग अबाउट द पार्टी। मैं आपकी डिबेट बहुत ध्यान से सुन रहा था। Sure. पहला तो मैनू जापता तुसी साढ़े ਜਿਹੜੇ ਐਕਸਚੇਂजेस ਹੋਏ ਨੇ ਉਹ ਬਹੁਤ ਖਿਆਲ से देख नहीं पाए ਤੁਸੀਂ। ਇੰਟਰਨਲ ਡੈਮੋਕ੍ਰੇਸੀ ਦਾ ਸਵਾਲ ਬਹੁਤ ਪ੍ਰੋਮੀਨੈਂਟ ਸਵਾਲ ਸੀਗਾ। ਤੁਸੀਂ ਇੰਟਰਨਲ ਡੈਮੋਕ੍ਰੇਸੀ ਦੇ ਸਵਾਲ ਨੂੰ ਆਈਡੀਓਲੋਜੀਕਲ ਨਹੀਂ ਮੰਨਦੇ ਹੋ, ਇਹ ਹੋ ਸਕਦਾ ਹੈ, ਲੇਕਿਨ ਮੈਂ ਮੰਨਦਾ ਹਾਂ ਇੰਟਰਨਲ ਡੈਮੋਕ੍ਰੇਸੀ ਬਹੁਤ ਸੈਂਟਰਲ ਸਵਾਲ ਹੈ। दूजा सवाल जिहड़ा आइडियोलॉजिकल सवाल है वो ये कि पार्टी पॉलिसी और आइडियोलॉजी ते फोकस क्यों नहीं कर रही है। ये बहुत इंपॉर्टेंट सवाल है कि पिछले 1.5 वरियां तो इस पार्टी दे इस बारे गल हो रही है। साडा पॉइंट आइडियोलॉजिकल डिफरेंस तो उस वेले आएगा जदों ये डॉक्यूमेंट ते डिस्कशन होएगा, आप लोग की पोजीशन ले। बी द पॉलिटिकल साइंटिस्ट ना हो तुसी देश दे बाकी हिस्सिਆਂ ਵਿੱਚ अपनी स्वतंत्रता ਦੇ ਨਾਲ ਉੱਠਣ ਵਾਲੀਆਂ ਵਿਕਲਪਿਕ ਸ਼ਕਤੀਆਂ ਨੂੰ ਇਹੋ ਜੀ ਕੀ ਟਿਪ ਦਿਓਗੇ ਕਿ ਉਹ ਉਸ ਟ੍ਰੈਪ ਦੇ ਵਿੱਚ ਨਾ ਕਿਤੇ फंस जान ਜਿਹਦੇ ਭੁਗਤ ਭੋਗੀ ਤੁਸੀਂ खुद हो। एसपी मैं वो कहना चाह रहा हूँ, आप अभी इस शो के अंदर अपनी जो बातचीत हो रही है उसमें 3 दिक्कत है, आप इस पर सोचिए। आप सवाल बहुत अच्छे और लॉन्ग टर्म के उठा रहे हो, आपको जवाब पिछले 2.5 साल में चाहिए। जो आपके सवाल बड़े हैं, जवाब का फ्रेम छोटा, मुझे आप अगले 20 साल का जवाब दीजिए, लोग तो उसको भी सुनना चाहते हैं। एग्जैक्टली, तो उस पे हम तो इसलिए हम अभी से ये इस फैसले पे ना पहुंच जाएं कि कोई चीज खत्म हो गई है, अब क्या होगा, कुछ नहीं निकला। बड़ी शक की नजर से मुझे देख रहे हैं कि क्या मैं सचमुच में ऐसा जवाब देख नहीं रहा हूं, मैं कह रहा हूं कि लोग देखना सुनना चाहते हैं, आप सुनिए। मैं तो इसलिए प्लीड गिल्टी समथिंग। तो उसमें अभी तो शुरुआत हुई है, 2.5 साल कुछ भी नहीं होता किसी एक इतने बड़े सवालों के लिए। उसमें दिक्कत आई, इसमें कोई शक नहीं है, लेकिन दिक्कत के बाद रास्ता खुलेगा। डिलीवरी के चक्कर में इस करके बड़े सवाल उठ ही नहीं रहे। तो वही मैंने खुद इसके बारे में कहा है कि हमें लॉन्ग टर्म सोचना चाहिए पॉलिटिक्स में। तो आप क्योंकि लॉन्ग टर्म की आज बात कर रहे हैं इसलिए मैं कह रहा हूँ कि लॉन्ग टर्म इसके आंसर्स ढूंढिए। दूसरा ये कि हम आइडियोलॉजी को 20th सेंचुरी के लेफ्ट और राइट मान लेते हैं, उसके बाहर कोई भी है नॉन आइडियोलॉजिकल है जी, आइडियोलॉजी आंदी नहीं है ना, कोई गल नहीं आंदी, ये सब बातें शुरू हो जाती हैं। तीसरी दिक्कत आपकी भी यही है कि आप भी सारा फोकस नेताओं, 4 नेता, उनका डिफरेंस, झगड़ा, लेटर, ये वो उस पर कर रहे हो। इस पार्टी का जो वॉलंटियर है उसके मन में जो बात है, जो शालिनी जी की बात से आई, उसके मन में जो आइडियोलॉजिकल सवाल हैं, जो बड़े सवाल हैं, जो कॉन्टेस्टेशन है, उसके मन में जो डिफरेंसेस हैं, उसके ऊपर आज तक मीडिया ने कभी फोकस ही नहीं किया है। इन तीनों चीज़ों को अगर जोड़ के आप देखोगे, इन पे देखने की तैयारी करोगे, तो मैं समझता हूँ कि आम आदमी पार्टी एक्सपेरिमेंट जो हुआ है अभी, जिसका फेज 1 पूरा हुआ है उस एक्सपेरिमेंट का, वो एक्सपेरिमेंट ने पहली बार इस देश में गुंजाइश पैदा की है उन सवालों पे चर्चा की जो कि देवेंद्र शर्मा जी चाहते हैं। हमने किया, मैं दावा नहीं कर रहा, गुंजाइश पैदा हुई, गुंजाइश बकायदा आई और सवाल बकायदा उठ रहे हैं, जवाब लोग सोच रहे हैं। और कई बारी 20 साल ਦੇ ਲੌਂਗ ਟਰਮ ਪਲਾਨ ਦੇ ਨਾਲ ਕੋਈ ਪੋਲੀਟੀਕਲ ਸਾਇੰਟਿਸਟ ਤਾਂ ਚੱਲ ਸਕਦਾ, ਪਰ ਯੋਗੇਂਦਰ ਯਾਦਵ ਦਾ ਪੋਲੀਟੀਸ਼ੀਅਨ ਕੋਲ ਸ਼ਾਇਦ ਉਹਨਾਂ ਟਾਈਮ ਨਹੀਂ ਹੋਵੇਗਾ। ਜਿਹੜੀਆਂ ਵਿਕਲਪਿਕ ਸ਼ਕਤੀਆਂ ਉੱਠ ਰਹੀਆਂ ਨੇ, ਜਿਨ੍ਹਾਂ ਦਾ ਮੁਕਾਬਲਾ ਸਾਹਮਣੇ ਪ੍ਰੈਗਮੈਟਿਕ ਔਨ ਦਾ ਗਰਾਊਂਡ ਪੋਲਿਟਿਕਸ ਨਾਲ ਹੈ, ਉਹਨਾਂ ਦੇ ਟਾਈਮ ਫਰੇਮ ਡਿਫਰੈਂਟ ਹੁੰਦੇ ਨੇ। ਯੂ ਨੋ ਦੈਟ ਵੈਰੀ ਵੈਲ। ਕਿਸ ਤਰੀਕੇ ਦੇ ਨਾਲ ਦੋਨੋਂ ਦਾ ਸ਼ਾਰਟ ਟਰਮ ਪੋਲਿਟਿਕਸ ਤੇ ਲੌਂਗ ਟਰਮ ਪੋਲੀਟੀਕਲੀ ਸਸਟੇਨੇਬਲ ਆਈਡੀਓਲੋਜੀਕਲ ਫਰੇਮਵਰਕਸ ਕਿਵੇਂ ਨਾਲ ਚੱਲਣਗੇ ਤੇ ਕਿਹੜੀਆਂ ਧਾਰਾਵਾਂ ਆਪਸ ਦੇ ਵਿੱਚ ਕਲੈਸ਼ ਕਰ ਰਹੀਆਂ ਨੇ, ਇਸ ਸਾਰੇ ਦੀ ਖੋਜ ਦੇ ਵਿੱਚ ਇਹ ਤੇ ਚਰਚਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ।
योगेंद्र यादव जी, सिंपल क्वेश्चन, कैन पार्टीज लाइक आप, आम आदमी पार्टी वर्गी कोई पार्टी, इवन अ बेटर आप, एक बेहतर आम आदमी पार्टी ਜਿਹੜੀ ਹੋਰ ਡੈਮੋਕ੍ਰੈਟਿਕ ਤਰੀਕਿਆਂ ਦੇ ਨਾਲ ਚੱਲੇ, ਕੈਨ ਦੇ ਬੀ ਅ ਫੋਰਸ ਟੂ ਟਰਾਂਸਫਾਰਮ ਦਾ ਸਿਸਟਮ? ਕੀ ਉਹ ਇੰਨਾ ਵਿਕਲਪ ਨੇ ਕਿ ਸਿਸਟਮ ਨੂੰ ਟਰਾਂਸਫਾਰਮ ਕਰ ਦੇਣ, ਜਾਂ ਜਿਸ ਵੇਲੇ ਤੁਸੀਂ ਦੁਬਾਰਾ ਤੋਂ ਖੋਜ ਕਰੋਗੇ ਵਿਦ ਦਾ 2020 ਹਾਈਂਡਸਾਈਟ ਵਿਜ਼ਡਮ, ਇੱਕ ਨਵੀਂ ਕਿਸਮ ਦੇ ਰਸਤੇ ਲੱਭੇ ਜਾਣਗੇ ਜਿਹੜੇ ਪਹਿਲਾਂ ਰਸਤਿਆਂ ਤੋਂ ਤੁਸੀਂ ਰਾਜਨੀਤੀ ਕਰਦੇ ਆਏ ਸੀਗੇ, ਧਰਨਾ, ਪ੍ਰੋਟੈਸਟ ਦੀ, ਐਜੀਟੇਸ਼ਨਸ ਦੀ, ਲੌਂਗ ਡਰਾਨ ਐਜੀਟੇਸ਼ਨਸ ਦੀ, ਜਿਹਦੇ ਵਿੱਚੋਂ ਦੇਸ਼ ਨੇ ਰਾਈਟ ਟੂ ਐਜੂਕੇਸ਼ਨ ਵਰਗੇ, ਰਾਈਟ ਟੂ ਇਨਫੋਰਮੇਸ਼ਨ ਵਰਗੇ, ਫੋਰੈਸਟ ਰਾਈਟਸ ਐਕਟ ਵਰਗੇ ਚੀਜ਼ਾਂ ਲੱਭੀਆਂ, ਹੋਰਨਾਂ ਪੋਲੀਟੀਕਲ ਪਾਰਟੀਆਂ ਨੂੰ ਇੰਪੈਕਟ ਕੀਤਾ। ਕੀ ਉਹ ਰਸਤੇ ਬਿਹਤਰ ਨਹੀਂ ਸਨ, ਤੇ ਕੀ ਤੁਸੀਂ ਉਸ ਮੁਹਾਨੇ ਤੇ ਖੜੇ ਹੋ ਜਿੱਥੇ ਅਜੇ ਇਹ ਕਲੈਰਿਟੀ ਨਹੀਂ ਕਿ ਪਾਰਟੀ ਵਾਲਾ ਹੀ ਰਸਤਾ ਠੀਕ ਹੈ, ਮੂਵਮੈਂਟਸ ਦਾ ਰਸਤਾ ਠੀਕ ਹੈ? ਫਿਰ ਬਹੁਤ ਸਾਰੇ ਸਵਾਲ ਨੇ, ਮੈਂ ਉਲਟ ਕੇ ਇਸ ਤਰ੍ਹਾਂ ਰੱਖਾਂਗਾ ਗੱਲ ਨੂੰ। ਜੇ ਅਸਾਂ ਇਸ ਸਿਸਟਮ ਨੂੰ ਬਦਲਣਾ ਚਾਹੁੰਦੇ ਹਾਂ, ਜੇ ਸਾਨੂੰ ਬਦਲਾਵ ਦੀ ਰਾਜਨੀਤੀ ਚਾਹੀਦੀ, ਤਾਂ ਉਹ ਆਮ ਆਦਮੀ ਪਾਰਟੀ ਵਰਗੇ ਐਕਸਪੈਰੀਮੈਂਟ ਤੋਂ ਹੀ ਆ ਸਕਦੀ ਹੈ। ਉਹ ਪੁਰਾਣੇ ਐਸਟੈਬਲਿਸ਼ਡ ਰੈਵੋਲੂਸ਼ਨਰੀ ਪਾਰਟੀਆਂ ਵੱਲੋਂ ਨਹੀਂ ਆਵੇਗੀ, ਇਹ ਤਾਂ ਗੱਲ ਪੱਕੀ ਹੈ। तो इंस्ट्रूमेंट भी वैकल्पिक चाहिए, ਨਏ ਤਰ੍ਹਾਂ ਦਾ ਇੰਸਟਰੂਮੈਂਟ ਹੋਏਗਾ। ਆਮ ਆਦਮੀ ਪਾਰਟੀ ਅਸਾਂ 2-3 ਸਾਲ ਇੱਕ ਐਕਸਪੈਰੀਮੈਂਟ ਵੇਖਿਆ ਹੈ, ਉਹ 'ਚੋਂ ਕੁਝ ਸਿੱਖਿਆ ਹੈ, ਕੁਝ ਬਹੁਤ ਪੋਜ਼ਿਟਿਵ ਗੱਲਾਂ ਪਾਈ, ਕੁਝ ਨੈਗੇਟਿਵ ਟੈਂਡੈਂਸੀਜ਼ ਵੀ ਆਪਾਂ ਦੇਖੀਆਂ ਨੇ। ਉਹਨਾਂ ਨੂੰ ਵੇਖ ਕੇ ਹੁਣ ਅੱਗੇ ਦਾ ਰਸਤਾ ਦੇਖਣਾ ਹੈ। ਸਿਸਟਮ ਨੂੰ ਬਦਲਣ ਦੀ ਜਿਹੜੀ ਮੁਹਿੰਮ ਹੈ ਉਹ 2-3 ਸਾਲ ਦਾ ਕੰਮ ਹੋ ਹੀ ਨਹੀਂ ਸਕਦਾ, ਲੰਬਾ ਕੰਮ ਹੈ। ਅਸਾਂ ਕੀ ਸਿੱਖਿਆ? ਪੋਜ਼ਿਟਿਵ ਗੱਲਾਂ। ਇੱਕ ਤਾਂ ਇਸ ਦੇਸ਼ 'ਚ ਬਹੁਤ ਐਨਰਜੀ ਹੈਗੀ ਹੈ, ਇਸ ਦੇਸ਼ 'ਚ ਆਈਡੀਅਲਿਜ਼ਮ ਮੌਜੂਦ ਹੈਗਾ ਹੈ, ਸਿਰਫ ਭਗਤ ਸਿੰਘ ਦੀ ਜਨਰੇਸ਼ਨ 'ਚ ਨਹੀਂ ਸੀ, ਹੁਣ ਵੀ ਹੈਗਾ ਹੈ। ਔਰ ਇਸ ਦੇਸ਼ ਦੇ ਲੋਕੀ ਤਿਆਰ ਨੇ ਕਿਸੇ ਨਈ ਚੀਜ਼ ਨੂੰ ਟਰਾਈ ਕਰਨ ਲਈ। ਨੈਗੇਟਿਵ ਚੀਜ਼ਾਂ ਕੀ ਵੇਖਿਆ ਕਿ ਇੱਕ ਨਈ ਫੋਰਸ ਬਹੁਤ ਜਲਦੀ ਪੁਰਾਣੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਹੈ। ਸਾਨੂੰ ਉਹਦੇ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ। ਸਾਨੂੰ ਕੁਝ ਲੌਂਗ ਟਰਮ ਦੀ ਸੋਚ ਬਣਾਉਣੀ ਚਾਹੀਦੀ ਹੈ, ਸਿਰਫ ਸ਼ਾਰਟ ਟਰਮ ਦੀ ਨਹੀਂ। ਅਗਾਊਂ ਮਾਫੀ ਮੰਗ ਕੇ ਇੱਕ ਡੇਵਿਲਸ ਐਡਵੋਕੇਟ ਵਾਲਾ ਸਵਾਲ ਹੈ, ਲੋਕਾਂ ਦੇ ਮਨ ਵਿੱਚ ਬੜੀ ਵਾਰ ਆਉਂਦਾ ਹੁੰਦਾ। ਯੋਗੇਂਦਰ ਯਾਦਵ ਜੀ ਬਹੁਤ ਸਿਆਣੇ ਸੁਲਝੇ ਹੋਏ ਪੋਲੀਟੀਕਲ ਸਾਇੰਟਿਸਟ ਨੇ, ਇੰਟੈਲੀਜੈਂਟ ਸਾਇਲੈਂਸਿਸ ਦੇ ਵੀ ਉਹ ਮਾਹਿਰ ਨੇ। ਇਸ ਕਰਕੇ ਜਿਸ ਵੇਲੇ ਇਹ ਪਾਰਟੀ ਬਣੀ ਹੈ, ਇਹਦੀ ਡੈਮੋਕ੍ਰੇਸੀ ਦੇ ਖਾਕੇ ਨੂੰ ਕਿਵੇਂ ਮਾਇਓਪਿਕ ਰੱਖਿਆ ਜਾ ਸਕਦਾ, ਉਹ ਬਕਾਇਦਾ ਰੱਖਿਆ ਗਿਆ। ਜਿਸ ਵੇਲੇ ਤੁਸੀਂ ਡਾਇਰੈਕਟ ਕਨਫਰੰਟੇਸ਼ਨ ਵਿਦ ਕੈਪੀਟਲ ਦੇ ਨਾਲ ਆਉਂਦੇ ਹੋ, ਇੱਕ ਲੌਜਿਕ ਆਫ ਐਕੂਮੂਲੇਸ਼ਨ ਦੇ ਨਾਲ ਡਾਇਰੈਕਟਲੀ ਟਕਰਾਉਂਦੇ ਹੋ, ਐਕਸਪਲੋਇਟੇਸ਼ਨ ਆਫ ਲੇਬਰ ਦੇ ਵੱਡੇ ਸਵਾਲ ਜਦੋਂ ਉੱਠਦੇ ਆ, ਈਵਨ ਮੀਡੀਆ ਹਾਊਸਿਸ ਦੇ, ਟੀਵੀ ਚੈਨਲਸ ਦੇ ਓਨਰਸ ਨੂੰ ਵੀ ਉਹ ਵੀ ਇੱਕ ਲਾਲ ਝੰਡਾ ਉਸੇ ਵੇਲੇ ਲਹਿਰਾਉਣ ਲੱਗ ਜਾਣਗੇ। ਤੁਹਾਨੂੰ ਪਤਾ ਹੈ ਐਟ ਬੈਸਟ ਟੋਟਲ ਬਲੈਕਆਊਟ ਤੋਂ ਬਚਣ ਲਈ, ਸਿਸਟਮ ਦੇ ਵਿੱਚ ਰਹਿਣ ਲਈ, ਯੂ ਕੈਨ ਟਿਪਟੋ ਅਰਾਊਂਡ ਦਾ ਸਿਸਟਮ। ਉਹ ਇੰਟੈਲੀਜੈਂਟ ਸਾਇਲੈਂਸਿਸ ਰੱਖਿਆ ਗਈਆਂ, ਤਾਂ ਹੀ ਤੁਹਾਨੂੰ ਉਹ ਸਪੇਸ ਵਿਕਲਪਿਕ ਰਾਜਨੀਤੀ ਦੀ ਮਿਲੀ ਜਿਹੜੀ ਰੈਵੋਲੂਸ਼ਨਰੀ ਪੋਲਿਟਿਕਸ ਨੂੰ ਨਹੀਂ ਮਿਲਦੀ। That is how you garnered your space. Will it be a different approach this time? ਮੈਂ ਸਮਝਦਾ ਜੇ ਤੁਸੀਂ ਜਿਹੜਾ ਕਿਹਾ, ਤੁਸੀਂ ਇੱਕ ਤਰ੍ਹਾਂ ਦਾ ਉਹਨੂੰ ਆਮ ਆਦਮੀ ਪਾਰਟੀ ਦੀ ਕ੍ਰਿਟਿਸਿਜ਼ਮ ਸਮਝ ਸਕਦੇ ਹੋ। ਦੂਜੀ ਤਰ੍ਹਾਂ ਵੇਖੋ ਤਾਂ ਉਹ ਜਿਹਨੂੰ ਤੁਸੀਂ ਰੈਵੋਲੂਸ਼ਨਰੀ ਪੋਲਿਟਿਕਸ ਕਹਿੰਦੇ ਹੋ, ਉਹਦੀ ਕ੍ਰਿਟਿਸਿਜ਼ਮ ਤੁਸੀਂ ਕਰ ਰਹੇ ਹੋ। आप जो कह रहे हैं वो ये कि रेवोल्यूशनरी पॉलिटिक्स ने पुराने जो रास्ते अख्तियार किए उससे 4 दिन सिर्फ चल सकते थे, 5वें दिन उनके पास जाने की गुंजाइश ही नहीं। और आप ये कह रहे हो कि आप लोगों ने 5वें दिन अपने लिए गुंजाइश रखी। क्या बुरी बात है, ये तो करना चाहिए। किसी भी पॉलिटिक्स में आपको 2 चीज़ों को हमेशा बैलेंस करना होगा। एक ये कि आप सचमुच ऑल्टरनेटिव रहें, आइडियलिज्म रहे, कुछ नई बनाने की जो कुव्वत और इच्छा है वो बाकी रहे, और दूसरा आप जिंदा बचे रहें। आप ऐसी पॉलिटिक्स करें जो पहले दिन आप ख़त्म हो जाएं। आप शहादत में अपना नाम बना लेंगे, लेकिन उससे सिस्टम बनेगा नहीं, सिस्टम बदलेगा नहीं। सेकंड रंग लीडर को जानते हैं क्या समझ में आता है? राजीव गुदारा जी, इसलिए आपसे सवाल, सेकंड रंग क्यों मान रहे हो आप? आप इन्हें सेकंड रंग क्यों मान रहे हो? मैं फर्स्ट रंग लीडर मान लेना। बिल्कुल मेरा फर्स्ट रंग लीडर, फर्स्ट रंग वॉलंटियर, as long as I get my response। राजीव गुदारा जी, here is the translation। ਸਕੂਲ ਐਡਮਿਸ਼ਨਸ ਨੂੰ ਸਟ੍ਰੀਮਲਾਈਨ ਕਰਨਾ ਚਾਹੀਦਾ ਦਿੱਲੀ ਦੇ ਵਿੱਚ, ਪਬਲਿਕ ਸੈਕਟਰ ਇਨਵੈਸਟਮੈਂਟ ਹੈਲਥ ਤੇ ਐਜੂਕੇਸ਼ਨ ਵਿੱਚ ਹੋਣੀ ਚਾਹੀਦੀ ਹੈ, ਇੰਨੀਆਂ ਗੱਲਾਂ ਕਰ ਲਓ। ਲੋਕਲ ਟ੍ਰੈਫਿਕ ਕਾਂਸਟੇਬਲ ਹਫਤਾ ਨਾ ਲਵੇ, ਇੰਨੀਆਂ ਗੱਲਾਂ ਕਰ ਲਓ। ਲਾਰਜਰ ਕਰਪਸ਼ਨ ਆਫ ਕਾਰਪੋਰੇਟ ਲੌਬਿੰਗ ਦੀ ਗੱਲ ਨਾ ਕਰੋ। ਵਾਸਟ ਟਰੈਕਸ ਜਿਹੜੇ ਫੋਰੈਸਟਰੀ ਦੇ ਕਿਵੇਂ ਮਾਈਨਿੰਗ ਲੌਬੀਜ਼ ਲੈਂਦੀਆਂ ਨੇ, ਇਹਦੀ ਗੱਲ ਨਾ ਕਰੋ, ਕਿਉਂਕਿ ਇਹ ਦਿੱਲੀ ਦੇ ਲੋਕਾਂ ਦੇ ਕੋਈ ਮਸਲੇ ਨਹੀਂ ਹੈਗੇ। ਕਿਸੇ ਪਾਸੇ ਟੋਟਲ ਸਾਇਲੈਂਸ ਰੱਖੋ, ਦੂਸਰੇ ਪਾਸੇ ਇੱਕ ਬਹੁਤ ਵੱਡਾ ਸ਼੍ਰਿਲ ਅਭਿਆਨ ਕਰਪਸ਼ਨ ਦੇ ਅਗੇਂਸਟ ਚਲਾਈ ਰੱਖੋ, ਤੇ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੇਬਲ ਲਾ ਕੇ ਕਿਸੇ
ਸਕਾਟਲੈਂਡ ਦੇ, ਰਾਇਲ ਬੈਂਕ ਦੇ, ਕਿਸੇ 에ਅਰ ਡੈਕਨ ਦੇ ਮਾਲਕ, ਕੋਈ ਵੱਡੇ ਵੱਡੇ ਲੋਕ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਨੇਤਾ ਕਹਿ ਕੇ ਸ਼ਾਮਿਲ ਵੀ ਹੋ ਜਾਣ ਤੇ ਉਹ ਵੀ ਆਮ ਆਦਮੀ ਪਾਰਟੀ ਲੱਗਣ ਲੱਗ ਜਾਣ। ਇਹ ਹੀ ਨਾ ਸਮਝ ਆਵੇ ਕੌਣ ਆਮ ਆਦਮੀ ਪਾਰਟੀ। ਇਹਦੇ ਨਾਲ ਲਗਾਤਾਰ ਸਰਵਾਈਵਲ ਦੀ ਜਗ੍ਹਾ ਬਣੀ ਰਹਿੰਦੀ है। कुछ इस तरह की गल योगेंद्र जी दी गल्लां तो समझ मैंने नहीं कहा, ये आपका ट्रांसलेशन नहीं है, ये आपकी बात है, इंटरप्रिटेशन मेरी है। नाउ योर रिस्पांस। सर मैं दोवां नूं सुनिया ते मैनूं बहुत वार दी तरह फिर पता है कि तुहाडा लंबा जिहड़ा शुरुआती दौर च तुसीं कहने हो, एक बार फिर तुसीं दोहराया, पर हुण मैनूं टाइम दे दिओ, मैं आपदी गल कह रहा जिन्नी मैनूं समझ आती है। पिछले दिनां च एक चर्चा शुरू हुई, मुद्दे, विचार, सिद्धांत, जिन्हों प्रैग्मेटिज्म, वेलफेयरिज्म, आइडियोलॉजी, अल्ट्रा लेफ्ट सब कहा गया। मैनू लगता है लगातार जी पूरा आम आदमी पार्टी का प्रयोग सी वो इन्हां दे विच एक बेहतर समन्वय किवें हो सकता है। तुसीं भी जदों गल करदे हो तुहाडे मुहल्ले च पानी नहीं आंदा, उदों तुसीं भी भुल जांदे हो सारी गल्लां, उधर जाके कहंदे हो पानी आना चाहिए, साडे मुहल्ले च पानी क्यों नहीं आया, लाइट क्यों नहीं आया, पर रोज़ दी गलबात च वेखदे हो। एक पासे वो होएगा, एक पासे जो थोड़ा बड़ा सवाल होएगा ओदी गल भी होएगी, विचार की है, कादे वास्ते करना है, किस तरह करना है, वो कॉर्पोरेट सेक्टर दे नाल करना है, उन्हां दी लुੱਟ दे नाल करना है, उन्हें रोक के करना है। व्हाट आई एम आस्किंग इज वन एट द कॉस्ट ऑफ अदर हो रहा सी। सर ये ਤੁਹਾਡਾ ਇਹ ਅੱਜਕੱਲ ਫੈਸਲੇ ਲੈਣ ਦੀ ਸਾਡੀ ਪਾਰਟੀ 'ਚ ਬੜੀ ਆਦਤ ਹੋ ਗਈ। ਸਵਾਲ ਇਹ ਹੈ ਤੁਹਾਡੇ ਤੇ ਕੁਝ ਲੋਕਾਂ ਦਾ ਦੋਸ਼ ਵੀ ਹੈ। ਸਰ ਦੋਸ਼ ਲਾਓ, ਦੋਸ਼ਾਂ ਦੀ ਰਿਪਰੈਜ਼ੈਂਟੇਸ਼ਨ ਤਾਂ ਮੈਨੂੰ ਇੱਥੇ ਕਰਨੀ ਪੈਗੀ ਨਾ। ਸਰ ਦੋਸ਼ ਲਾਓ, ਫੈਸਲਾ ਨਾ ਦਿਓ ਨਾ ਜੀ। ਮੈਂ ਫੈਸਲਾ ਦੇਣਾ ਤੇ ਸੁਣੋ ਨਾ। ਕੋਈ ਫੈਸਲਾ ਨਹੀਂ ਦੇਣਾ, ਫੈਸਲਾ ਦੇਣ ਲਈ ਬਿਲਕੁਲ ਬਹੁਤ ਸਾਰੇ ਲੋਕ ਬੈਠੇ ਨੇ ਟੀਵੀ ਚੈਨਲ, ਟੀਵੀ ਦੇ ਅੱਗੇ। ਸਾਡੀ ਪਾਰਟੀ 'ਚ ਬੇਸਿਕਲੀ ਪ੍ਰੋਬਲਮ ਚੱਲ ਰਹੀ, ਤੁਸੀਂ ਇੱਥੇ ਨਾ ਪੈਦਾ ਕਰੋ। ਜਦੋਂ ਮੈਂ ਇਹ ਕਹਿ ਰਿਹਾ ਕਿ ਉਸ ਤੋਂ ਬਾਅਦ ਆਈਡੀਓਲੋਜੀ, ਇਹ ਸਾਰੀ ਗੱਲਾਂ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ। ਇਸ ਪਾਰਟੀ ਦੇ ਵਿੱਚ ਇੱਕ ਬਿਹਤਰ ਗੱਲ ਜਿਹੜੀ ਹੋਈ, ਜਿਹਦੀ ਤੁਸੀਂ ਵੈਕਲਪਿਕ ਰਾਜਨੀਤੀ ਦੀ ਗੱਲ ਕਰ ਰਹੇ ਹੋ, ਅਕਾਲੀ ਪਾਰਟੀ ਹੋਵੇ, ਚੌਟਾਲੇ ਦੀ ਪਾਰਟੀ ਹੋਵੇ, ਬੀਜੇਪੀ ਹੋਵੇ, ਕਾਂਗਰਸ ਹੋਵੇ, ਉਹਦੇ ਵਿੱਚ ਸਾਰੇ ਸਵਾਲ ਹਟ ਜਾਂਦੇ ਨੇ। ਮਾਇਆਵਤੀ ਮੁਲਾਇਮਤੀ ਪਾਰਟੀ ਹੋਵੇ, ਉਦੋਂ ਕੋਈ ਕਿਸੇ ਨੂੰ ਅਕਾਊਂਟੇਬਲ ਠਹਿਰਾਉਣ ਵਾਸਤੇ ਸਵਾਲ ਨਹੀਂ ਖੜਾ ਕਰਦਾ, ਕੋਈ ਇਹ ਨਹੀਂ ਕਹਿੰਦਾ ਕਿ ਇਸ ਮੁੱਦਿਆਂ ਤੇ ਵਿਚਾਰ ਕਰੋ। ਇਸ ਪਾਰਟੀ ਦੇ ਵਿੱਚ ਹੋਇਆ ਤੇ ਉਹੀ ਨਵੀਂ ਰਾਜਨੀਤੀ ਦੀ ਰਾਹ ਹੈ। ਜਦੋਂ ਤੁਸੀਂ ਲੀਡਰਸ਼ਿਪ ਨੂੰ ਉਹਦੇ ਵਿੱਚ, ਲੀਡਰਸ਼ਿਪ ਦੇ ਵਿੱਚ ਵੀ ਲੋਕ ਖੜੇ ਹੋ ਕੇ ਕਹਿਣਗੇ ਨਹੀਂ ਇਹ ਅਸੀਂ ਸੋਚਿਆ ਸੀ 6 ਮਹੀਨੇ 'ਚ ਕਰਾਂਗੇ, ਹੁਣ 3 ਸਾਲ 'ਚ ਕਿਉਂ ਨਹੀਂ ਕਰ ਰਹੇ। ਇਹ ਜਦੋਂ ਸਵਾਲ ਬਣੇਗਾ ਉਹ ਅੱਗੇ ਰਾਸਤਾ ਬਣਾਏਗਾ। ਇਹ ਸਵਾਲਾਂ ਨਾਲ ਤੁਹਾਡੀ ਪਾਰਟੀ ਜ਼ਰੂਰ ਇਸ ਵੇਲੇ ਵਾਬਸਤਾ ਹੈ। ਨਹੀਂ, ਮੈਂ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਮੈਂ ਦੇਸ਼ ਦੀ ਪੂਰੀ ਪੋਲਿਟਿਕਸ ਦੀ ਗੱਲ ਕਰ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਅਸੀਂ ਇਸ ਤਰ੍ਹਾਂ ਬਣਾ ਲਾਂਗੇ, ਅਸੀਂ ਗੱਲ ਕਹਿਤੀ ਹੋਈ ਜਾਂ ਨਹੀਂ ਹੋਈ, ਕੋਈ ਅਕਾਊਂਟੇਬਿਲਿਟੀ ਨਹੀਂ ਹੈ, ਤੇ ਫਿਰ ਕੌਣ ਪੁੱਛੇਗਾ? ਉਹ ਜੇ ਅਕਾਊਂਟੇਬਿਲਿਟੀ ਦਾ ਰਾਸਤਾ ਬਣਿਆ ਰਹੇਗਾ, ਉਹ ਸਵਾਲ ਬਣੇ ਰਹਿਣਗੇ। ਸ਼ਰਮਾ ਜੀ ਤੁਹਾਡੇ ਕੋਲ ਆਖਰੀ ਸਵਾਲ ਇਸ ਕਰਕੇ ਕਿਉਂਕਿ ਪੋਲੀਟੀਸ਼ੀਅਨ ਨੇ ਪੋਲਿਟਿਕਸ ਕਰਨੀ ਹੁੰਦੀ ਹੈ, ਇਹ ਉਹਦੀ ਬੇਹੱਦ ਜ਼ਰੂਰਤ ਹੁੰਦੀ ਹੈ, ਇਸ ਤੋਂ ਭੱਜ ਨਹੀਂ ਸਕਦਾ। ਜਿਸ ਵੇਲੇ ਉਹ ਸੰਵਾਦ ਰਚਾਉਂਦਾ ਹੈ ਤਾਂ ਉਹ ਕੋਈ ਮੋਦੀ ਹੋਵੇ, ਕੋਈ ਅਰਵਿੰਦ ਕੇਜਰੀਵਾਲ ਹੋਣ, ਕੱਲ ਨੂੰ ਕੋਈ ਰਾਹੁਲ ਗਾਂਧੀ ਹੋ ਜਾਵੇ, ਉਹ ਪ੍ਰੈਗਮੈਟਿਕ ਪੋਲਿਟਿਕਸ ਹੀ ਕਰਦਾ ਹੈ। ਕੀ ਅਸੀਂ ਪ੍ਰੈਗਮੈਟਿਕ ਪੋਲਿਟਿਕਸ ਵਰਸਸ ਵੈਕਲਪਿਕ ਰਾਜਨੀਤੀ ਵਾਲੇ ਕਿਸੇ ਮੁਹੰਨੇ ਤੇ ਖੜੇ ਹਾਂ ਤੇ ਇਸ ਕਰਕੇ ਕਨਫਿਊਜ਼ਡ ਹਾਂ? ਅਸੀਂ ਕਨਫਿਊਜ਼ ਤਾਂ ਹੈਗੇ ਹੀ ਆ। ਪਹਿਲੇ ਜਿਹੜਾ ਅੱਧਾ ਪੌਣਾ ਘੰਟਾ ਹੋਇਆ ਉਹ ਕਨਫਿਊਜ਼ਨ ਦਾ ਹੀ ਇੱਕ ਇੰਡੀਕੇਟਰ ਹੈ, ਕਿਉਂਕਿ ਸਭ ਕੁਝ ਸਮਝ ਕੇ ਆ ਰਿਹਾ ਕਿ ਆਮ ਆਦਮੀ ਪਾਰਟੀ ਇਜ਼ ਦੀ ਓਨਲੀ ਆਲਟਰਨੇਟਿਵ। ਵੈਕਲਪਿਕ ਰਾਜਨੀਤੀ ਇਜ਼ ਦਾ ਓਨਲੀ ਵੇ। ਮੇਰਾ ਮੰਨਣਾ ਹੈ ਕਿ ਉਹ ਗਲਤ ਹੈ। ਗਲਤ ਹੈ ਬਿਕੋਜ਼ ਕਿਉਂਕਿ ਦਿੱਲੀ ਸੈਂਟਰਿਕ ਸੀਗੇ, ਦਿੱਲੀ ਨੇ ਗੱਲ ਕੀਤੀ, ਦੇਸ਼ ਤਾਂ ਐਗਜ਼ਿਸਟ ਨਹੀਂ ਕਰਦਾ ਬਾਕੀ ਵਾਸਤੇ। ਲੇਕਿਨ ਸੱਚਾਈ ਅਜੇ ਹੈ ਕਿ ਜਿਨ੍ਹਾਂ ਇਸ਼ੂਜ਼ ਤੇ ਮੈਂ ਆਉਣਾ ਚਾਹਾਂਗਾ, ਜਿਹਨਾਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸ਼ੁਰੂ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਪੂਰੇ ਟਾਈਮ 'ਚ, ਉਹ ਇਸ਼ੂ ਬਹੁਤ ਭਿਆਨਕ ਹੈਗਾ। ਨੋ ਪੋਲੀਟੀਕਲ ਪਾਰਟੀ ਇਜ਼ ਇੰਟਰਸਟਿਡ ਇਨ ਦੈਟ। ਔਰ ਕਿਉਂ? ਕਿਉਂਕਿ ਆਬਜੈਕਟਿਵ ਜਿਹੜਾ ਹੈਗਾ ਸਭ ਦਾ ਸਾਫ਼ ਹੈ। ਬਹੁਜਨ ਸਮਾਜ ਪਾਰਟੀ ਆਈ ਸੀਗੇ ਤਾਂ ਬਹੁਜਨ ਸਮਾਜ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਸੀ ਉਹਨਾਂ ਨੇ, ਐਸੀ ਨਹੀਂ ਕਿ ਉਹਨਾਂ ਨੇ ਨਹੀਂ ਕਿਹਾ ਸੀਗਾ ਸਾਰੀ ਗੱਲਾਂ। ਹੁਣ ਬਹੁਜਨ ਸਮਾਜ ਪਾਰਟੀ ਕਿਸ ਲੈਵਲ ਤੇ ਖੜੀ ਹੈ ਸਭ ਜਾਣਦੇ ਆ। ਜਦ ਸਮਾਜਵਾਦੀ ਪਾਰਟੀ ਆਈ ਸੀ ਉਹਨਾਂ ਦੇ ਵੀ ਆਬਜੈਕਟਿਵ ਸੀਗੇ, ਬਟ ਅਲਟੀਮੇਟਲੀ ਵਾਟ ਹੈਪਨਡ, ਆਈ ਐਮ ਨਾਟ ਸੇਇੰਗ ਕਿ ਦਿਸ ਵਿਲ ਆਲਸੋ ਹੈਪਨ ਟੂ ਆਮ ਆਦਮੀ ਪਾਰਟੀ ਔਰ ਐਨੀ ਅਦਰ ਪਾਰਟੀ। ਦੀ ਇਸ਼ੂਜ਼ ਆਰ ਕਿ ਜਦ ਤੱਕ ਅਸੀਂ ਨੈਸ਼ਨਲ ਡਿਸਕੋਰਸ ਨਹੀਂ ਬਦਲਾਂਗੇ ਤੁਸੀਂ ਪੋਲੀਟੀਕਲ ਡਿਸਕੋਰਸ ਨਹੀਂ ਬਦਲ ਸਕਦੇ। ਤੁਹਾਨੂੰ ਨੈਸ਼ਨਲ ਡਿਸਕੋਰਸ ਬਦਲਣਾ ਬਹੁਤ ਜ਼ਰੂਰੀ ਹੈ, ਜਿੱਥੇ ਤੁਸੀਂ ਸਾਡੀ ਮਦਦ ਨਹੀਂ ਕਰਦੇ। ਪੀਪਲ ਲਾਈਕ ਯੂ, ਵੈਨ ਆਈ ਸੇ ਨੈਸ਼ਨਲ ਡਿਸਕੋਰਸ, ਆਈ ਐਮ ਮਚ ਵਰੀਡ ਅਬਾਊਟ ਕਿ ਬਈ ਦੇਸ਼ ਦੇ 22 ਲੋਕਾਂ ਦੀ ਜਿਹੜੀ ਇਕਨੋਮਿਕ ਵੈਲਥ ਹੈ ਉਹ 60 ਕਰੋੜ ਲੋਕਾਂ ਦੀ ਇਕਨੋਮਿਕ ਵੈਲਥ ਦੇ ਬਰਾਬਰ ਹੈ। ਉਹ ਕਿਸ ਤਰ੍ਹਾਂ ਹਟਾਈ ਜਾਏ, ਉਹ ਬੈਲੈਂਸ ਕਿਸ ਤਰ੍ਹਾਂ ਕੀਤਾ ਜਾਏ। ਪਹਿਲੇ ਇਕਨੋਮਿਕ ਡਿਸਕੋਰਸ ਤਾਂ ਹੈ, ਉਹ ਇਕਨੋਮਿਕ ਡਿਸਕੋਰਸ ਨਹੀਂ ਹੋ ਰਿਹਾ। ਹੁਣ ਅੱਜ ਕਿਸਾਨ ਦੀ ਗੱਲ ਹੋ ਰਹੀ ਹੈ, ਤੁਸੀਂ ਦੇਖ ਰਹੇ ਹੋ, ਕਿਉਂਕਿ ਟਾਈਮਸ ਆਫ ਇੰਡੀਆ ਨੇ ਪਹਿਲੇ ਪੇਜ ਤੇ ਲੀਡ ਸਟੋਰੀ ਆ ਗਈ ਤਾਂ ਟੀਵੀ ਤੇ ਗੱਲ ਕਰਨੀ ਸ਼ੁਰੂ ਕਰਤੀ। ਲੇਕਿਨ ਦੀ ਪੁਆਇੰਟ ਇਜ਼ ਕਿ ਕਿਸਾਨ ਅੱਜ 60% ਹੈ, ਇਟ ਇਜ਼ ਅ ਡਾਊਨ ਮਾਰਕੀਟ ਸਬਜੈਕਟ। ਯੂ ਆਲਸੋ ਨੋ ਇਟ। ਕਿਉਂ ਡਾਊਨ ਮਾਰਕੀਟ ਸਬਜੈਕਟ ਹੈ? ਕਿਉਂਕਿ ਸਾਨੂੰ ਉਸ ਪੋਲਿਟਿਕਸ ਵਿੱਚ ਸੂਟ ਹੀ ਨਹੀਂ ਕਰਦਾ। ਮੈਂ ਜਿਸ ਕੱਲ ਵੀ ਕਿਹਾ ਔਰ ਹਰ ਰਿਪੀਟ ਕਰਨਾ ਹੈ ਕਿ ਕਿਸਾਨ ਦੇ 2 ਰੋਲ ਹੈਗੇ, ਵੋਟ ਬੈਂਕ ਜਾਂ ਲੈਂਡ ਬੈਂਕ, ਉਹਦੇ ਇਲਾਵਾ ਤੀਸਰਾ ਰੋਲ ਨਹੀਂ ਹੈ। ਅਸੀਂ ਉਹਨੂੰ ਮੰਨ ਕੇ ਚੱਲਦੇ ਹਾਂ, ਵੀ ਨੋ ਇਟ ਕਿ ਬਈ ਉਹਨੂੰ ਐਕਸਪਲੋਇਟ ਕਰਨਾ ਅਸੀਂ ਹਰ ਪੋਲੀਟੀਕਲ ਪਾਰਟੀ ਕਰੇਗੀ। ਮੈਂ ਨਹੀਂ ਕਹਿ ਰਿਹਾ ਕਿ ਨਹੀਂ ਕਰੇਗੀ। ਹਾਂਜੀ, ਮੇਰਾ ਕਹਿਣਾ ਹੈਗਾ ਕਿ ਜਦ ਤੱਕ ਤੁਸੀਂ ਨੈਸ਼ਨਲ ਡਿਸਕੋਰਸ ਨਹੀਂ ਬਦਲੋਗੇ, ਜਦ ਸਾਡਾ ਟੈਲੀਵਿਜ਼ਨ ਦਾ ਡਿਸਕਸ਼ਨ ਉਹਨਾਂ ਇਸ਼ੂਜ਼ ਤੇ ਨਹੀਂ ਆਏਗਾ, ਤਦ ਤੱਕ ਸਾਡੀ ਵਿਕਲਪਿਕ ਸੋਚ ਜਾਂ ਪੋਲੀਟੀਕਲ ਪਾਰਟੀਆਂ ਵੀ ਨਹੀਂ ਬਹੁਤ। Yugender, you celebrate Kishan Patnaik, you celebrate Surendra Mohan, you belong to a romantic stream of socialists. ਤੁਸੀਂ ਪ੍ਰੈਗਮੈਟਿਕ ਪੋਲਿਟਿਕਸ ਵਿੱਚ ਕੀ ਇਸ ਕਰਕੇ ਖਤਾ ਕਰ ਰਹੇ ਹੋ ਕਿ ਇੱਕ ਉਸ ਰੋਮਾਂਟਿਕ ਸਟਰੀਮ ਤੋਂ ਆਉਂਦੇ ਹੋ ਜਿੱਥੇ ਇਹ ਚੁਣਾਵ ਕਰਨੇ ਮੁਸ਼ਕਲ ਹੋ ਜਾਂਦੇ ਆ। ਕਿਤਨਾ रोमांस राजनीति में ला पाएंगे आप ऐसा?
जिससे उम्र भर बंधे रहे हैं। इस प्रोग्राम में दोनों चीज़ें कहीं, एक तो ये कि शायद मैं जरूरत से ज्यादा प्रैग्मेटिक हूँ और दूसरा की जरूरत से कम प्रैग्मेटिक हूँ। दोनों बातें आपने की तस्वीर लटकती देखते हैं लोग, आज भी है। दोनों चीज़ें आपने कहीं और वो सही बात है। राजनीति में आपको हमेशा दोनों चीज़ों को बैलेंस रखना होता है, कितना आप ऑल्टरनेटिव हो और कितना आप प्रैग्मेटिक होकर उसकी लाइफ को सस्टेन कर सकें। मैं दरअसल देवेंद्र जी की बात से सहमत हूँ, उन्होंने बहुत गहरी बात कही है, बहुत बड़ी बात कही है। ये बात सच है कि इस देश की पॉलिटिक्स, इस देश के जो सबसे बड़े मुद्दे हैं, गांव किसान खेती वाला जो सबसे बड़ा मुद्दा है, जो संकट है, उससे बिल्कुल दूर होती जा रही है। कैसे इसे वापस लाएं? मेरा आम आदमी पार्टी के बारे में सिर्फ एक क्लेम है, कोई लंबा चौड़ा क्लेम नहीं है। वो ये कि ये एक एक्सपेरिमेंट हुआ, एक मौका हुआ, बातचीत हुई, आपके प्रोग्राम में हम बात कर रहे हैं, ये भी एक अचीवमेंट है कि देश में कम से कम मौका तो हुआ इन चीजों पे बात करने का। अभी 2-2.5 साल हुए हैं, अभी शुरुआत है, आगे आगे देखिए। समथिंग वाज कुकिंग। ਤੁਸੀਂ ਪੋਲਿਟਿਕਸ ਤੇ ਪ੍ਰੈਗਮੈਟਿਜ਼ਮ ਨੂੰ ਵੱਖ-ਵੱਖ ਰੇਸ਼ੋਜ਼ ਵਿੱਚ ਮਿਲਾ ਕੇ ਕੁਝ ਕ੍ਰੀਏਟ ਕਰ ਰਹੇ ਸੀ। ਇਸ ਪਿਛਲੀ ਵਾਰੀ ਰੇਸ਼ੋ ਕੁਝ ਖਰਾਬ ਹੋ ਗਈ, ਲੋਕ ਉਮੀਦ ਕਰਦੇ ਆ ਵਿਕਲਪਿਕ ਰਾਜਨੀਤੀ ਦਾ ਅਗਲੀ ਵਾਰੀ कर रहे हैं, अजय कर रहे हो और करांगे। जस्ट वाइंडिंग अप देवेंद्र जी रैपिंग अप जी। ਖੇਤੀ ਦੇ ਸਵਾਲ, ਲੈਂਡ ਐਕੁਇਜ਼ੀਸ਼ਨ ਦੇ ਸਵਾਲ ਹਰਿਆਣਾ 'ਚ ਅਸੀਂ ਉਠਾ ਰਹੇ ਸੀ। ਜਿੱਦਨ ਖੇਤ ਦੇ ਵਿੱਚ ਓਲੇ ਪੈ ਜਾਂਦੇ ਨੇ, ਫਸਲਾਂ ਤਬਾਹ ਹੋ ਜਾਂਦੀਆਂ, ਤੁਸੀਂ ਕਹੋ ਸਿਰਫ ਉਹ ਸਵਾਲ ਉਠਾਉਂਦੇ ਰਹੋ, ਓਲਿਆਂ ਦੀ ਗੱਲ ਨਾ ਕਰੋ, ਇਹ ਹੋ ਨਹੀਂ ਸਕਦਾ। ਕੋਈ ਨਹੀਂ ਕਹਿ ਰਿਹਾ ਤੁਹਾਨੂੰ ਇਹ ਦੋਵਾਂ ਨੂੰ ਬੈਲੈਂਸ ਕਰਨ ਦੀ ਜਿਹੜੀ ਸਮਝੇ ਬਣਾਉਣ ਦੀ ਗੱਲ ਕਹੀ, ਜੇ ਤੁਸੀਂ ਉਹਦੇ ਨਾਲ ਨਹੀਂ ਚੱਲੋਗੇ ਤੇ ਲੈਂਡ ਐਕੁਇਜ਼ੀਸ਼ਨ ਤੇ ਖੇਤੀ ਦੇ ਵੱਡੇ ਸਵਾਲ ਕਰਦੇ ਰਹੋ, ਕਿਸਾਨ ਕਹੂਗਾ ਮੇਰੇ ਤੇ ਅੱਜ ਕਹਿਰ ਪਿਆ, ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ? ਤੁਹਾਡੀ ਗੱਲ ਉੱਥੇ ਤੱਕ ਪਹੁੰਚੇਗੀ ਨਹੀਂ। ਜਦੋਂ ਤੱਕ ਬੈਲੈਂਸ ਵਿੱਚ ਗੱਲ ਨਹੀਂ ਪਹੁੰਚੇਗੀ ਤਾਂ ਅਸੀਂ ਗੱਲ ਨੂੰ ਅੱਗੇ ਨਹੀਂ ਲੈ ਜਾ ਸਕਦੇ। ਦੈਟ ਇਜ਼ ਦ ਬਿਗ ਕੁਐਸਚਨ। ਇੱਕ ਬਿਲਕੁਲ ਇਹਦੇ ਤੇ ਸਾਡੀ ਸਹਿਮਤੀ ਹੈ ਕਿ ਪ੍ਰੈਗਮੈਟਿਜ਼ਮ ਤੇ ਪੋਲਿਟਿਕਸ ਜਿਹੜੀ ट्रांसफॉर्मेटिव पॉलिटिक्स ਜਿਹੜੀ ਹੈ, शॉर्ट टर्म, लॉन्ग टर्म, आइडियलिज्म, प्रैग्मेटिज्म, ਇਹਨਾਂ ਨੂੰ ਕੰਬਾਈਨ ਕਰਕੇ ਚੱਲਣਾ ਪੈਣਾ। ਹਰ ਵਾਰੀ ਇੰਨੀ ਸਹੀ ਮਾਤਰਾ ਵਿੱਚ ਲਿਆਣੇ ਪੈਣਗੇ ਕਿ ਦੇਸ਼ ਵੈਕਲਪਿਕ ਰਾਜਨੀਤੀ ਦਾ ਸੱਚਮੁੱਚ ਸਵਾਦ ਚੱਖ ਸਕੇ ਤੇ ਉਹਨਾਂ ਲੜਾਈਆਂ ਤੋਂ ਹੀ ਕੇਵਲ ਨਾ ਮਜ਼ਾ ਲੇ ਜਿਹਦੇ ਵਿੱਚ ਅੱਜ ਅਸੀਂ ਬੜੇ ਹੀ ਮਸਾਲੇਦਾਰ ਸਵਾਲ ਪੁੱਛ ਸਕਦੇ ਸੀ। ਯੋਗੇਂਦਰ ਯਾਦਵ ਜੀ, ਫਿਰ 14 ਤਰੀਕ ਨੂੰ ਕੀ ਹੋਣ ਵਾਲਾ ਹੈ? ਪਾਰਟੀ ਬਣਾਓਗੇ ਜਾਂ ਨਹੀਂ ਬਣਾਓਗੇ? ਉਹਨਾਂ ਸਵਾਲਾਂ ਲਈ ਇੰਤਜ਼ਾਰ ਕਰੋ। ਅੱਜ ਲਈ ਕੇਵਲ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।